ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਜਿਵੇਂ ਕਿ ਆਪਾਂ ਐਡਵੈਂਟ ਆਫ ਯੂਰੋਪੀਅਨਸ ਕਰ ਰਹੇ ਸੀ, ਇਹਦੇ ਵਿੱਚੋਂ ਆਪਾਂ ਪਹਿਲਾਂ ਆਪਣੇ ਪੁਰਤਗਾਲੀ ਆਏ, ਫਿਰ ਡੱਚ ਆਏ, ਉਹਨਾਂ ਦੇ ਬਾਰੇ ਗੱਲ ਕਰ ਚੁੱਕੇ ਹਾਂ। ਔਰ ਅੱਜ ਆਪਾਂ ਗੱਲ ਕਰਨੀ ਆ ਬ੍ਰਿਟਸ ਇਨ ਇੰਡੀਆ, ਯਾਨੀ ਕਿ ਜਿਹੜੇ ਅੰਗਰੇਜ਼ ਨੇ। ਆਪਾਂ ਬ੍ਰਿਟਸ ਸਾਰਿਆਂ ਨੂੰ ਨਹੀਂ ਕਹਿੰਦੇ, ਤੁਸੀਂ ਕਹਿੰਦੇ ਹੋ ਵੀ ਸਾਰੇ ਅੰਗਰੇਜ਼ਾਂ ਨੂੰ ਆਪਾਂ ਬ੍ਰਿਟਸ ਕਿਹਾ ਜਾਂਦਾ। ਸਿਰਫ ਇੰਗਲੈਂਡ ਦੇ ਜਿਹੜੇ ਨੇਟਿਵ ਨੇ, ਉੱਥੋਂ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਬ੍ਰਿਟਸ ਕਿਹਾ ਜਾਂਦਾ। ਉਹਨਾਂ ਨੂੰ ਅੰਗਰੇਜ਼ ਜਾਂ ਗੋਰੇ ਲੋਕ ਕਿਹਾ ਜਾਂਦਾ। ਤਾਂ ਉਹਨਾਂ ਦਾ ਆਗਮਨ ਆਪਣੇ ਕਿਵੇਂ ਹੁੰਦਾ, ਈਸਟ ਇੰਡੀਆ ਕੰਪਨੀ ਕਿਵੇਂ ਬਣਦੀ ਆ, ਔਰ ਉਹ ਪਹਿਲਾਂ ਟ੍ਰੇਡ ਲਈ ਆਉਂਦੇ ਆ, ਔਰ ਉਸ ਤੋਂ ਬਾਅਦ ਆਪਣੇ 'ਤੇ ਕਬਜ਼ਾ ਕਰਕੇ ਕਿਵੇਂ ਰਾਜ ਕਰਦੇ ਆ। ਇੰਨਾ ਸਮਾਂ ਭਾਰਤ ਨੂੰ ਤਾਂ ਕਿ ਪੂਰੀ ਦੁਨੀਆ ਨੂੰ ਕਿਵੇਂ ਗੁਲਾਮ ਬਣਾ ਕੇ ਰੱਖਦੇ ਆ, ਉਹਨਾਂ ਦੀਆਂ ਨੀਤੀਆਂ ਕੀ ਸੀ, ਤਾਂ ਉਹ ਸਾਰਾ ਆਪਾਂ ਡਿਸਕਸ ਕਰਨਾ। ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਤਾਂ ਆਪਾਂ ਹੁਣ ਗੱਲ ਕਰਦੇ ਹਾਂ ਐਡਵੈਂਟ ਆਫ ਯੂਰੋਪੀਅਨਸ। ਪਹਿਲਾਂ ਆਪਾਂ ਕੁਝ ਫੈਕਟ ਨੇ ਜਿਹੜੇ ਆਪਾਂ ਪਹਿਲਾਂ ਵਾਲੀਆਂ ਕਲਾਸ ਦੇ ਵਿੱਚ ਡਿਸਕਸ ਕੀਤੇ ਆ, ਤਾਂ ਉਹ ਇੱਕ ਤੁਹਾਡੇ ਸਾਹਮਣੇ ਆ। ਜਿਵੇਂ ਕਿ ਆਪਾਂ 1453 ਦੇ ਵਿੱਚ ਦੇਖਿਆ ਸੀ ਕਿ ਪਹਿਲਾਂ ਉਹ ਆਪਣਾ ਬਾਏ ਰੋਡ ਇੰਡੀਆ ਦੇ ਨਾਲ ਟਰੇਡ ਕਰਦੇ ਸੀ, ਪਰ ਰਸਤੇ ਦੇ ਵਿੱਚ ਕੁਝ ਲੋਕਾਂ ਨੇ ਉਹ ਜਿਹੜਾ ਰੂਟ ਸੀਗਾ ਉਹਨੂੰ ਆਪਦੇ ਕਬਜ਼ੇ ਦੇ ਵਿੱਚ ਲੈ ਲਿਆ, ਔਰ ਆਉਂਦੀਆਂ ਜਾਂਦੀਆਂ ਜੋ ਵੀ ਉੱਥੋਂ ਦਾ ਟਰੇਡ ਦਾ ਸਮਾਨ ਹੁੰਦਾ ਸੀ ਉਹਨਾਂ ਦੇ ਉੱਤੇ ਹੈਵੀ ਟੈਕਸ ਲਾਉਂਦੇ ਸੀ, ਜਾਂ ਫਿਰ ਉਹਨਾਂ ਨੂੰ ਲੁੱਟ ਲੈਂਦੇ ਸੀ ਰਸਤੇ ਦੇ ਵਿੱਚ। ਦੈਨ ਫਿਰ ਇਸ ਤੋਂ ਬਾਅਦ ਉਹਨਾਂ ਨੂੰ ਨਵਾਂ ਰੂਟ ਲੱਭਣਾ ਪੈ ਗਿਆ। ਫਿਰ ਉਹਨਾਂ ਨੇ ਰਸ਼ੀਆ ਵੱਲ ਦੀ ਟਰਾਈ ਕੀਤਾ, ਪਰ ਉੱਧਰ ਦੀ ਹਿਮਾਲਿਆ ਹੋਣ ਕਰਕੇ ਉੱਧਰ ਦੀ ਵੀ ਉਹਨਾਂ ਦੀ ਗੱਲਬਾਤ ਪੂਰੀ ਨਹੀਂ ਬਣੀ। ਫਿਰ 1492 ਦੇ ਵਿੱਚ ਕੋਲੰਬਸ ਨਿਕਲਿਆ ਸਪੇਨ ਤੋਂ, ਠੀਕ ਆ, ਇੰਡੀਆ ਦੀ ਖੋਜ ਦੇ ਵਿੱਚ, ਔਰ ਇਹਨੇ ਅਮਰੀਕਾ ਦੀ ਖੋਜ ਕਰਤੀ। ਤਾਂ ਹੁਣ ਕੁਐਸਚਨ ਆਉਂਦਾ ਵੀ ਅਮਰੀਕਾ ਦੀ ਖੋਜ ਕਰਨ ਵਾਲਾ ਕੌਣ ਸੀਗਾ? ਕੋਲੰਬਸ ਸੀ। ਉਹ ਕਿੱਥੋਂ ਚੱਲਿਆ ਸੀ? ਸਪੇਨ। ਓਕੇ। ਫਿਰ 1498 ਦੇ ਵਿੱਚ ਇੱਕ ਹੋਰ ਬੰਦਾ ਆਉਂਦਾ ਜਿਹਦਾ ਨਾਮ ਸੀ ਵਾਸਕੋ ਡੀ ਗਾਮਾ। ਇਹ ਆਇਆ ਸੀ ਪੁਰਤਗਾਲ ਤੋਂ। ਤਾਂ ਇਹਨੇ ਇੰਡੀਆ ਦਾ ਰਸਤਾ ਲੱਭਿਆ ਸੀ। ਤਾਂ ਇੰਡੀਆ ਦਾ ਫਾਊਂਡਰ ਕਹਿੰਦੇ ਆਪਾਂ ਵਾਸਕੋ ਡੀ ਗਾਮਾ। 3 ਵਾਰੀ ਭਾਰਤ ਦੇ ਵਿੱਚ ਆਇਆ ਸੀ। ਜਦੋਂ ਤੀਸਰੀ ਵਾਰੀ ਆਇਆ ਸੀ ਦੈਨ ਉਦੋਂ ਇਹ ਇੰਡੀਆ ਦੇ ਵਿੱਚ ਹੀ ਮਰ ਗਿਆ ਸੀ, ਔਰ ਪਹਿਲੀ ਵਾਰੀ ਇੱਥੋਂ ਕਾਲੀ ਮਿਰਚ ਲੈ ਕੇ ਗਿਆ, ਔਰ ਉੱਥੇ ਇਹਨੂੰ 60 ਗੁਣਾ ਪ੍ਰੋਫਿਟ ਜਿਹੜਾ ਹੋਇਆ ਸੀ। ਇਹਨੇ ਹੀ ਬਾਕੀ ਅੰਗਰੇਜ਼ ਦੇ ਜਿਹੜੇ ਮਰਚੈਂਟ ਵਪਾਰੀ ਸੀ ਉਹਨਾਂ ਨੂੰ ਇਹਨੇ ਪ੍ਰੇਰਿਤ ਕੀਤਾ ਕਿ ਤੁਸੀਂ ਇੰਡੀਆ ਦੇ ਵਿੱਚ ਜਾਓ, ਔਰ ਉੱਥੋਂ ਆਪਾਂ ਥੋੜ੍ਹੀ ਜਿਹੀ ਚੀਜ਼ ਲੈ ਕੇ ਆਉਂਦੇ ਹਾਂ, ਬਟ ਉੱਥੇ ਆ ਕੇ ਪ੍ਰੋਫਿਟ ਉਹਨੂੰ ਆਪਾਂ ਨੂੰ ਬਹੁਤ ਜ਼ਿਆਦਾ ਹੁੰਦਾ ਗਾ। ਤਾਂ ਕਰਕੇ ਬਾਕੀਆਂ ਨੂੰ ਵੀ ਇਹ ਲੱਗਿਆ ਵੀ ਆਪਾਂ ਨੂੰ ਇੰਡੀਆ ਦੇ ਵਿੱਚ ਜਾ ਕੇ ਆਪਣਾ ਟਰੇਡ ਆ ਜਿਹੜਾ ਸ਼ੁਰੂ ਕਰਨਾ ਚਾਹੀਦਾ, ਔਰ ਇੱਥੇ ਆ ਕੇ ਆਪਾਂ ਨੂੰ ਅਮੀਰ ਬਣ ਜਾਣਾ ਚਾਹੀਦਾ। ਤਾਂ ਵਾਸਕੋ ਡੀ ਗਾਮਾ ਇਸ ਤੋਂ ਪਹਿਲਾਂ ਜਿਹੜੇ ਆਏ ਸੀ ਉਹ ਕੇਪ ਆਫ ਗੁੱਡ ਹੋਪ, ਜਾਣੀ ਕਿ ਅਫਰੀਕਾ ਕੰਟੀਨੈਂਟ ਦੇ ਜਿਹੜਾ ਕੇਪ ਆਫ ਗੁੱਡ ਹੋਪ ਆ, ਆਸਾ ਅੰਤਰੀਆ, ਉੱਥੇ ਤੱਕ ਆਏ ਸੀ। ਤਾਂ ਵਾਸਕੋ ਡੀ ਗਾਮਾ ਉੱਥੇ ਪਹੁੰਚਿਆ। ਫਿਰ ਇਹਨੂੰ ਗੁਜਰਾਤ ਦਾ ਇੱਕ ਵਪਾਰੀ ਮਨੀਦ ਮਿਲਿਆ। ਦੈਨ ਉਹਦੇ ਨਾਲ 90 ਦਿਨ ਦੀ ਯਾਤਰਾ ਕਰਕੇ ਇਹ ਆਪਣੇ ਇੰਡੀਆ ਦੇ ਵਿੱਚ ਕੈਲੀਕਟ ਬੰਦਰਗਾਹ ਦੇ ਉੱਤੇ ਪਹੁੰਚ ਗਿਆ ਸੀ। ਤਾਂ ਇਹ ਪੁਆਇੰਟ ਜਿਨ੍ਹਾਂ ਨੇ ਪਹਿਲਾਂ ਵਾਲੀਆਂ ਕਲਾਸਿਸ ਨਹੀਂ ਦੇਖੀਆਂ ਤਾਂ ਪਲੀਜ਼ ਪਹਿਲਾਂ ਵਾਲੀਆਂ ਉਹ ਕਲਾਸਿਸ ਤੁਸੀਂ ਜ਼ਰੂਰ ਦੇਖੋ, ਤਾਂ ਜੋ ਤੁਹਾਨੂੰ ਕੋਈ ਇਹਦੇ 'ਚ ਕਨਫਿਊਜ਼ਨ ਨਾ ਹੋਵੇ। ਇਹ ਇੱਕ ਬੇਸਿਕ ਫੈਕਟ ਸੀ ਤੁਹਾਡੇ ਲਈ। ਤਾਂ ਹੁਣ ਆਪਾਂ ਗੱਲ ਕਰਨੀ ਆ ਬ੍ਰਿਟਸ ਇਨ ਇੰਡੀਆ। ਤਾਂ ਇਹਦੇ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ, ਜਾਣੀ ਕਿ ਆਪਣੇ ਅੰਗਰੇਜ਼ਾਂ ਦਾ ਆਗਮਨ। ਤਾਂ ਦੇਖੋ, ਪਹਿਲਾਂ ਇਹਨੇ ਜਦੋਂ ਸਪੇਨ ਦੇ ਆਰਮਡਾ ਦੇ ਉੱਤੇ 1588 ਦੇ ਵਿੱਚ ਅੰਗਰੇਜ਼ਾਂ ਨੇ ਜਿੱਤ ਪ੍ਰਾਪਤ ਕਰ ਲਈ, ਤਾਂ ਦੈਨ ਇਹਨਾਂ ਦਾ ਹੌਸਲਾ ਵੱਧ ਗਿਆ ਵੀ ਆਪਾਂ ਹੁਣ ਸਪੇਨ ਨੂੰ ਜਿੱਤ ਲਿਆ, ਕਿਉਂਕਿ ਸਪੇਨ ਅਤੇ ਪੁਰਤਗਾਲ ਸਭ ਤੋਂ ਵੱਡੀਆਂ ਪਾਵਰ ਸੀਗੀਆਂ ਉਹ ਟਾਈਮ 'ਤੇ। ਤਾਂ ਜਦੋਂ ਇਹਨਾਂ ਦੇ ਉੱਤੇ ਇਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਤਾਂ ਇਹਨਾਂ ਦਾ ਹੌਸਲਾ ਵੱਧ ਗਿਆ ਵੀ ਆਪਾਂ ਨੂੰ ਈਸਟ ਵੱਲ ਹੋਰ ਅੱਗੇ ਜਾਣਾ ਚਾਹੀਦਾ। ਫਿਰ ਇਹਨਾਂ ਨੂੰ ਇਹ ਵੀ ਪਤਾ ਲੱਗਿਆ ਵੀ ਜਿਹੜੇ ਪੁਰਤਗਾਲੀ ਇੰਡੀਆ ਦੇ ਨਾਲ ਟਰੇਡ ਕਰਦੇ ਆ, ਜਾਣੀ ਕਿ ਈਸਟ ਦੇ ਨਾਲ ਉਹ ਟਰੇਡ ਕਰ ਰਹੇ ਆ, ਔਰ ਉਹਨਾਂ ਨੂੰ ਇੰਨਾ ਜ਼ਿਆਦਾ ਪ੍ਰੋਫਿਟ ਹੋ ਰਿਹਾ, ਤਾਂ ਸਾਨੂੰ ਵੀ ਉੱਧਰ ਵਪਾਰ ਆ ਜਿਹੜਾ ਉਹ ਕਰਨਾ ਚਾਹੀਦਾ। ਤਾਂ ਆਪਾਂ ਪਹਿਲਾਂ ਦੇਖਿਆ ਵੀ ਸੀ ਰੂਟ, ਫਿਰ ਇਹ ਵੀ ਇਹਨਾਂ ਨੂੰ ਪਤਾ ਲੱਗਿਆ, ਤਾਂ ਇਹਨਾਂ ਨੇ ਵੀ ਉੱਧਰ ਦੀ ਟਰਾਈ ਕਰਨਾ ਸ਼ੁਰੂ ਕਰਤਾ। ਤਾਂ ਹੁਣ ਦੇਖੋ, ਆਪਾਂ ਪਹਿਲਾਂ ਗੱਲ ਕਰਨੀ ਆ ਵੀ 1608 ਦੇ ਵਿੱਚ ਸੀ ਰੂਟ ਦੇ ਨਾਲ ਜਿਹੜਾ ਇਹਨਾਂ ਦਾ ਪਹਿਲਾ ਫਸਟ ਬ੍ਰਿਟਸ ਆਇਆ ਸੀ। ਆਪਣਾ ਕਾਪੀ ਪੈਨ ਤੁਸੀਂ ਨਾਲ ਰੱਖਣਾ ਬੱਚੇ, ਜਿਹੜੀ ਚੀਜ਼ ਤੁਹਾਨੂੰ ਲਿਖਾਈ ਜਾ ਰਹੀ ਹੈ ਤੁਸੀਂ ਉਹਨੂੰ ਨੋਟ ਕਰਨਾ। ਤਾਂ ਦੇਖੋ, ਮੈਂ ਸਾਰੇ ਪੂਰੇ ਨਾਮ ਨਹੀਂ ਲਿਖਦਾ, ਤੁਸੀਂ ਬਾਅਦ ਦੇ ਵਿੱਚ ਇਹਨੂੰ ਨੋਟ ਕਰ ਲਿਓ। ਕੈਪਟਨ ਵਿਲੀਅਮ ਹੌਕਿਨ ਆਇਆ ਸੀਗਾ। ਓਕੇ। ਤਾਂ ਇਹਦੇ ਬਾਰੇ ਪੁੱਛਿਆ ਜਾਂਦਾ ਵੀ ਇਹਦੇ ਜਹਾਜ਼ ਦਾ ਨਾਮ ਕੀ ਸੀਗਾ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹਦੇ ਜਹਾਜ਼ ਦਾ ਨਾਮ ਸੀ ਹੈਕਟਰ ਜਾਂ ਫਿਰ ਰੈੱਡ ਡਰੈਗਨ। ਓਕੇ, ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਔਰ ਇਹ ਪ੍ਰਤੀਨਿਧੀ ਬਣ ਕੇ ਆਇਆ ਸੀਗਾ ਕਿੰਗ ਜੇਮਸ 1 ਦਾ। ਰਿਪਰੈਜ਼ੈਂਟਡ ਕਿਹਨੂੰ ਕਰ ਰਿਹਾ ਸੀ ਇਹ? ਉੱਥੋਂ ਦੇ ਕਿੰਗ ਨੂੰ। ਕਿਹਨੇ ਨੂੰ? ਕਿੰਗ ਜੇਮਸ ਪ੍ਰਥਮ ਜਾਂ ਫਿਰ ਫਸਟ ਨੂੰ। ਓਕੇ। ਇਹ ਕਿਹੜੀ ਪੋਰਟ 'ਤੇ ਆਇਆ ਸੀ? ਇਹਦੇ ਬਾਰੇ ਪੁਆਇੰਟ ਨੇ ਜਿਹੜੇ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹ ਆਇਆ ਸੀਗਾ ਸੂਰਤ ਪੋਰਟ 'ਤੇ। ਸੂਰਤ ਕਿੱਥੇ ਆ? ਇਹ ਹੈਗਾ ਗੁਜਰਾਤ। ਗੁਜਰਾਤ ਦੀ ਰਾਜਧਾਨੀ ਕੀ ਆ? ਇਹ ਤੁਸੀਂ ਮਾੜਾ ਜਿਹਾ ਆਪਣੇ ਦੇ ਆਪ ਦੇਖ ਲਿਓ ਵੀ ਗੁਜਰਾਤ ਦੀ ਕੈਪੀਟਲ ਕੀ ਆ। ਓਕੇ। ਤਾਂ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ ਵੀ 1608 ਦੇ ਵਿੱਚ ਫੈਸਲਾ ਕੀਤਾ ਵੀ ਫੈਕਟਰੀ ਆ ਜਿਹੜੀ ਉਹ ਭਾਰਤ ਦੇ ਵਿੱਚ ਲਾਉਂਦੇ ਆਪਾਂ। ਤਾਂ ਇਹ ਸੂਰਤ ਦੇ ਵਿੱਚ ਉੱਤੇ ਆਇਆ ਸੀ ਕੌਣ? ਕੈਪਟਨ ਆਪਣਾ ਹੌਕਿੰਸ ਅਤੇ ਜਹਾਂਗੀਰ ਕੋਰਟ ਦੇ ਵਿੱਚ, ਠੀਕ ਆ। ਤਾਂ ਜਦੋਂ ਜਹਾਂਗੀਰ ਦੇ ਕੋਰਟ ਦੇ ਵਿੱਚ ਆਇਆ ਉਦੋਂ ਸ਼ਾਸਕ ਸੀਗਾ ਜਹਾਂਗੀਰ। ਅਪ੍ਰੈਲ 1609 ਦੇ ਵਿੱਚ ਇਹ ਪਹੁੰਚ ਗਿਆ ਸੀ ਉਹਦੇ ਦਰਬਾਰ ਦੇ ਵਿੱਚ। ਅਤੇ ਇਹਨੂੰ ਆਉਂਦੀ ਸੀਗੀਆਂ 2 ਲੈਂਗੁਏਜ ਵਧੀਆ ਆਉਂਦੀਆਂ ਸੀ ਇਹਨੂੰ। ਨਾਲੇ ਤਾਂ ਆਉਂਦੀ ਸੀ ਫਾਰਸੀ ਪਲੱਸ ਟਰਕੀ। ਤਾਂ ਦੋਨੋਂ ਭਾਸ਼ਾਵਾਂ ਦਾ ਵਧੀਆ ਗਿਆਨ ਹੋਣ ਦੇ ਕਰਕੇ ਇਹਨੂੰ ਕਿਸੇ ਵਿਚਾਲੇ ਵਿਚੋਲੇ ਦੀ ਲੋੜ ਨਹੀਂ ਪਈ। ਇਹਨੇ ਡਾਇਰੈਕਟ ਹੀ ਜਹਾਂਗੀਰ ਦੇ ਨਾਲ ਗੱਲਬਾਤ ਸੀ ਜਿਹੜੀ ਆਪ ਸਟਾਰਟ ਕੀਤੀ।
ਜਦੋਂ ਫਿਰ ਇਹ ਦੋਨੇ ਭਾਸ਼ਾਵਾਂ ਦਾ ਉਹਨੇ ਗਿਆਨ ਦੇਖਿਆ ਜਹਾਂਗੀਰ ਨੇ, ਤਾਂ ਉਹਨੇ ਇਹਨੂੰ ਟਾਈਟਲ ਦਿੱਤਾ, ਕੈਪਟਨ ਇਹਦਾ ਨੇਮ ਪਹਿਲਾਂ ਹੀ ਸੀਗਾ ਕੈਪਟਨ, ਫਿਰ ਇਹ ਤੋਂ ਬਾਅਦ ਇਹਨੂੰ ਟਾਈਟਲ ਦਿੱਤਾ ਨਾਲ ਕੈਪਟਨ ਖਾਨ ਦਾ। ਤਾਂ ਇਹ ਕੁਐਸਚਨ ਵੀ ਪਹਿਲਾਂ ਪੁੱਛਿਆ ਗਿਆ ਗਾ ਐਗਜ਼ਾਮਸ ਦੇ ਵਿੱਚ ਵੀ ਕੈਪਟਨ ਖਾਨ ਦਾ ਟਾਈਟਲ ਕਿਹਨੂੰ ਦਿੱਤਾ ਗਿਆ ਸੀ? ਉਹ ਦਿੱਤਾ ਗਿਆ ਸੀ ਕੈਪਟਨ ਵਿਲੀਅਮ ਹੌਕਿੰਸ ਨੂੰ। ਕਿਉਂ ਦਿੱਤਾ ਗਿਆ? ਕਿਉਂਕਿ ਇਹਨੂੰ ਫਾਰਸੀ ਤੇ ਟਰਕੀ ਹੋਣ ਦੇ ਕਰਕੇ, ਵਧੀਆ ਭਾਸ਼ਾਵਾਂ ਦਾ ਗਿਆਨ ਹੋਣ ਕਰਕੇ ਇਹਨੂੰ ਕਿਸੇ ਵਿਚਾਲੇ ਇੰਟਰਮੀਡੀਏਟਰ ਦੀ ਲੋੜ ਨਹੀਂ ਪਈ। ਦੈਨ ਇਹਨੇ ਸਿੱਧੀ ਡੀਲ ਕੀਤੀ ਕਿਹਦੇ ਨਾਲ? ਮੁਗਲ ਐਂਪਰਰ ਜਹਾਂਗੀਰ ਦੇ ਨਾਲ। ਤਾਂ ਉਹ ਇਹਨੂੰ ਮਤਲਬ ਕਿ ਇਹਦਾ ਗਿਆਨ ਦੇਖ ਕੇ ਇੰਨਾ ਖੁਸ਼ ਹੋਇਆ, ਉਹਨੇ ਇਹਨੂੰ ਟਾਈਟਲ ਦਿੱਤਾ ਕੈਪਟਨ ਖਾਨ ਦਾ। ਤਾਂ ਕਰਕੇ ਇਹਨੂੰ ਫਿਰ ਇਸ ਤੋਂ ਬਾਅਦ ਕਿਹਾ ਜਾਣ ਲੱਗਿਆ ਕੈਪਟਨ ਖਾਨ। ਓਕੇ, ਖਾਨਾ ਦਾ ਖਾਨ, ਤਾਂ ਕਰਕੇ ਇਹਨੂੰ ਕਿਹਾ ਗਿਆ। ਇਹ ਵੀ ਕੁਐਸਚਨ ਪੁੱਛਿਆ ਜਾਂਦਾ, ਇਹਨੂੰ ਤੁਸੀਂ ਹਾਈਲਾਈਟ ਕਰ ਲਿਓ। ਤਾਂ ਜਹਾਂਗੀਰ ਨੇ ਕਹਿਤਾ ਇਹਨਾਂ ਨੂੰ ਵੀ ਠੀਕ ਆ, ਇਹਨਾਂ ਨੇ ਸੂਰਤ ਦੇ ਵਿੱਚ ਫੈਕਟਰੀ ਲਾਉਣ ਦੇ ਲਈ ਡਿਮਾਂਡ ਰੱਖੀ ਕਿ ਸਾਨੂੰ ਸੂਰਤ ਦੇ ਵਿੱਚ ਫੈਕਟਰੀ ਲਾਉਣ ਦੀ ਜਿਹੜੀ ਆਗਿਆ ਹੈਗੀ ਤੁਸੀਂ ਦਿਓ। ਤਾਂ ਜਹਾਂਗੀਰ ਇੰਨਾ ਕੁ ਖੁਸ਼ ਹੋਇਆ, ਜਹਾਂਗੀਰ ਨੇ ਕਿਹਾ ਵੀ ਠੀਕ ਆ ਤੁਸੀਂ ਫੈਕਟਰੀ ਲਾ ਸਕਦੇ ਹੋ। ਪਰ ਉਹ ਟਾਈਮ ਦੇ ਉੱਤੇ ਇਹਨਾਂ ਦੀ ਫੈਕਟਰੀ ਰੋਕ ਦਿੱਤੀ ਗਈ। ਕਿਉਂ? ਕਿਉਂਕਿ ਉਦੋਂ ਜਿਹੜੇ ਪੁਰਤਗਾਲੀ ਸੀ ਉਹਨਾਂ ਦਾ ਇਨਫਲੂਐਂਸ ਥੋੜ੍ਹਾ ਜਿਹਾ ਜ਼ਿਆਦਾ ਸੀ, ਤਾਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਦੁਬਾਰਾ ਤੋਂ ਇਹਨੂੰ ਆਪਦੀ ਗੱਲ ਤੋਂ ਮੁੱਕਰ ਕੇ ਇਹਨਾਂ ਨੂੰ ਨਾ ਕਰਨੀ ਪੈ ਗਈ, ਯਾਨੀ ਕਿ ਕੈਪਟਨ ਖਾਨ ਜਾਂ ਫਿਰ ਕੈਪਟਨ ਵਿਲੀਅਮ ਹੌਕਿੰਸ ਨੂੰ ਦੁਬਾਰਾ ਤੋਂ ਕੀ ਕਰਨਾ ਪੈ ਗਿਆ? ਇਹਨੂੰ ਜਵਾਬ ਦੇਣਾ ਪੈ ਗਿਆ ਵੀ ਨਹੀਂ ਤੁਸੀਂ ਫੈਕਟਰੀ ਨਹੀਂ ਲਾ ਸਕਦੇ। ਜਦੋਂ ਫਿਰ ਇਹਨਾਂ ਨੂੰ ਦੁਬਾਰੇ ਜਵਾਬ ਮਿਲ ਗਿਆ, ਦੈਨ ਇਹਨੇ ਨਵੰਬਰ 1611 ਦੇ ਵਿੱਚ ਇੱਥੋਂ ਇਹ ਲੈਫਟ ਕਰ ਗਿਆ। ਉਦੋਂ ਲੈਫਟ ਕਰਨ ਵੇਲੇ ਸੀਗਾ ਆਗਰਾ। ਤਾਂ ਇਹ ਸੀਗੇ ਕੈਪਟਨ ਵਿਲੀਅਮ ਹੌਕਿੰਸ ਦੇ ਬਾਰੇ ਪੁਆਇੰਟ, ਜਿਨ੍ਹਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਪੁਆਇੰਟ ਕਲੀਅਰ ਹੋਣਗੇ। ਸਕਰੀਨਸ਼ਾਟ ਕਰਨਾ ਤੁਸੀਂ ਸਕਰੀਨਸ਼ਾਟ ਕਰ ਸਕਦੇ ਹੋ, ਨੋਟ ਕਰਨਾ ਵੈਸੇ ਤੁਸੀਂ ਨੋਟ ਕਰੋ ਆਪਣੇ ਆਪ, ਤਾਂ ਜੋ ਰਿਵੀਜ਼ਨ ਵੇਲੇ ਤੁਹਾਨੂੰ ਇਹ ਚੀਜ਼ਾਂ ਈਜ਼ੀ ਹੋ ਜਾਣ, ਕਿਉਂਕਿ ਉਦੋਂ ਫੈਕਟ ਹੀ ਕੰਮ ਆਉਂਦੇ ਆਪਣੇ। ਤਾਂ ਇਹ ਸਾਰੇ ਫੈਕਟ ਨੇ ਜਿਹੜੇ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ। ਬੱਚੇ ਮੈਨੂੰ ਅਰੇਜ਼ ਕਰਨ ਲੱਗਿਆ, ਤਾਂ ਤੁਸੀਂ ਅਗਰ ਨੋਟ ਨਹੀਂ ਕੀਤਾ ਤਾਂ ਨੋਟ ਕਰ ਲਿਓ। ਇਸ ਤੋਂ ਬਾਅਦ ਆਉਂਦਾ ਇਹਨਾਂ ਦੀਆਂ ਪਹਿਲੀ ਟੈਂਪਰੇਰੀ ਫੈਕਟਰੀ ਇਹਨਾਂ ਨੇ ਕਿੱਥੇ ਲਾਈ ਸੀ? ਪਹਿਲੀ ਟੈਂਪਰੇਰੀ ਫੈਕਟਰੀ ਇਹਨਾਂ ਨੇ ਲਾਈ ਸੀਗੀ, ਦੇਖੋ ਬੱਚੇ, ਇੱਕ ਹੁੰਦੀ ਆ ਪਰਮਾਨੈਂਟ, ਇੱਕ ਹੁੰਦੀ ਆ ਟੈਂਪਰੇਰੀ। ਜਿਹੜੀਆਂ ਟੈਂਪਰੇਰੀ ਫੈਕਟਰੀ ਲਾਈ ਆ ਉਹ ਹੁੰਦੀ ਆ 27, ਮਤਲਬ ਕਿ ਥੋੜ੍ਹਾ ਜਿਹਾ ਟ੍ਰੇਡ ਇਹਨਾਂ ਨੇ ਸ਼ੁਰੂ ਕਰ ਲਿਆ ਸੀਗਾ ਜਦੋਂ ਫਿਰ ਇਹ ਛੱਡ ਕੇ ਤੁਰ ਗਿਆ 1611 ਦੇ ਵਿੱਚ। ਉਦੋਂ ਮੂਸਲੀਪਟਨਮ ਦੇ ਵਿੱਚ ਬਣਾ ਲਈ ਸੀ ਇਹਨਾਂ ਨੇ, ਠੀਕ ਆ। ਅਤੇ ਇਹ ਸੀਗੇ ਸਾਊਥ ਈਸਟ ਕੋਸਟ 'ਤੇ। ਜਦੋਂ ਪਰਮਾਨੈਂਟ ਬਣਾਈ ਆ ਉਹ ਬਣਾਈ ਸੀ ਇਹਨਾਂ ਨੇ ਸੂਰਤ ਦੇ ਵਿੱਚ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਉੱਥੇ ਕਿਵੇਂ ਬਣੀ ਪਰਮਾਨੈਂਟ ਫੈਕਟਰੀ, ਕਿਵੇਂ ਬਣੀ? ਕਿਉਂਕਿ 1612 ਦੇ ਵਿੱਚ ਇਹਨਾਂ ਨੇ ਅੰਗਰੇਜ਼ ਸੀਗਾ ਉਦੋਂ ਕੈਪਟਨ ਥੋਮਸ ਬੈਸਟ। ਕਿਹੜਾ ਸੀਗਾ ਇਹਨਾਂ ਦਾ ਅੰਗਰੇਜ਼ਾਂ ਵੱਲੋਂ ਪ੍ਰਤੀਨਿਧੀ? ਕਿਹੜਾ ਸੀਗਾ? ਕੈਪਟਨ ਥੋਮਸ ਬੈਸਟ। ਤਾਂ ਇਹਨੇ ਹਰਾਇਆ ਕਿਹਨਾਂ ਨੂੰ? ਹਰਾਇਆ ਪੁਰਤਗਾਲੀਆਂ ਨੂੰ। ਜਦੋਂ ਇਹਨੇ ਪੁਰਤਗਾਲੀਆਂ ਨੂੰ ਹਰਾਤਾ, ਇਸ ਤੋਂ ਬਾਅਦ ਇਹ ਮਤਲਬ ਕਿ ਕਾਫੀ ਜਹਾਂਗੀਰ ਇਹਨਾਂ ਤੋਂ ਇੰਪਰੈਸ ਹੋ ਗਿਆ ਸੀਗਾ। ਤਾਂ ਫਿਰ ਉਹਨੇ ਕਹਿਤਾ ਸੀ ਵੀ ਚਲੋ ਠੀਕ ਆ ਵੀ ਹੁਣ ਤੁਸੀਂ ਫੈਕਟਰੀਆਂ ਇੱਥੇ ਲਾ ਸਕਦੇ ਹੋ। ਤਾਂ ਇਹ ਸੀ ਇਹਨਾਂ ਦੀਆਂ ਫੈਕਟਰੀਆਂ ਵਾਲਾ ਚੱਕਰ। ਤਾਂ ਤੁਹਾਨੂੰ ਇਹ 2 ਪੁਆਇੰਟ ਤਾਂ ਕਲੀਅਰ ਹੋ ਗਏ ਹੋਣਗੇ। ਇਸ ਤੋਂ ਬਾਅਦ ਦੇਖੋ ਕੁਝ ਇਹਨਾਂ ਦੇ ਹੋਰ ਫੈਕਟ ਨੇ ਜਿਹੜੇ ਪਹਿਲਾਂ ਕੈਪਟਨ ਹੌਕਨ ਕਿਹਦੇ ਦਰਬਾਰ ਦੇ ਵਿੱਚ ਆਉਂਦਾ? ਇਹ ਪਹਿਲਾ ਪੁਆਇੰਟ ਆ, ਜਹਾਂਗੀਰ ਦੇ ਦਰਬਾਰ ਦੇ ਵਿੱਚ ਅਪ੍ਰੈਲ 1609 ਦੇ ਵਿੱਚ, ਠੀਕ ਆ। ਬ੍ਰਿਟਿਸ਼ ਵਪਾਰੀ ਜੋ ਮੈਂਬਰ ਸੀਗਾ ਇੱਕ ਮੂਸਲੀਪਟਨਮ ਕੌਂਸਲ ਦਾ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਕਿਹੜਾ ਬ੍ਰਿਟਿਸ਼ ਮਰਚੈਂਟ ਸੀਗਾ ਜਿਹੜਾ ਇਹਨਾਂ ਦੀ ਕੌਂਸਲ ਦਾ, ਮੂਸਲੀਪਟਨਮ ਦੀ ਜਿਹੜੀ ਕੌਂਸਲ ਸੀ ਉਹਦਾ ਮੈਂਬਰ ਸੀ, ਉਹ ਸੀਗਾ ਫਰਾਂਸਿਸ ਡੇ। ਤਾਂ ਇਹ 1639 ਦੀ ਗੱਲ ਆ। ਤਾਂ ਇਹਨੇ ਵੀ ਇਹਨਾਂ ਤੋਂ ਇੱਕ ਪਰਮਿਟ ਲਿਆ ਸੀ। ਚੰਦਰਗਿਰੀ ਦੇ ਲੋਕਲ ਸ਼ਾਸਕ ਸੀਗਾ, ਜਿਹੜਾ ਚੰਦਰਗਿਰੀ ਦਾ ਲੋਕਲ ਰੂਲਰ ਸੀਗਾ, ਉਹ ਤੋਂ ਇਹਨੇ ਆਗਿਆ ਲੈ ਲਈ ਸੀ ਵੀ ਫੋਰਟੀਫਾਈਡ ਕਰਨਾ ਹੁੰਦਾ ਵੀ ਪਹਿਲਾਂ ਇੱਕ ਫੈਕਟਰੀ ਲਾ ਲਈ, ਉਹਦੀ ਆਸੇ-ਪਾਸਿਓਂ ਕਿਲਾਬੰਦੀ ਕਰ ਸਕਦੇ ਆ, ਔਰ ਉਹਦੇ ਤੇ ਗਾਰਡ ਵਗੈਰਾ ਨੇ ਜਿਹੜੇ ਉਹ ਸਿਕਿਉਰਿਟੀ ਉਹ ਰੱਖ ਸਕਦੇ ਆ, ਉਹਨੂੰ ਕਹਿੰਦੇ ਫੋਰਟੀਫਾਈਡ ਫੈਕਟਰੀ ਕਰਨਾ। ਤਾਂ ਉਹਨੇ ਮਦਰਾਸ ਦੇ ਵਿੱਚ ਇਹਨਾਂ ਤੋਂ ਆਗਿਆ ਲੈ ਲਈ। ਤਾਂ ਇਹ ਜਿਹੜਾ ਉਹਨੇ ਆਗਿਆ ਲਈ ਸੀ ਮਦਰਾਸ ਦੇ ਵਿੱਚ, ਉਹੀ ਫਿਰ ਫੋਰਟ ਸੇਂਟ ਜਾਰਜ ਕਿਲਾ ਬਣ ਗਿਆ ਸੀ ਇਹਨਾਂ ਦਾ। ਫਿਰ ਮੂਸਲੀਪਟਨਮ ਨੂੰ ਇਸਨੇ ਰਿਪਲੇਸ ਕਰਤਾ ਸੀਗਾ ਹੈੱਡਕੁਆਟਰ ਇਨ ਸਾਊਥ ਇੰਡੀਆ। ਤਾਂ ਇਹ ਤਾਂ ਰਿਹਾ ਇਹਨਾਂ ਦਾ ਚੰਦਰਗਿਰੀ ਤੋਂ, ਚੰਦਰਗਿਰੀ ਦਾ ਸ਼ਾਸਕ ਲੋਕਲ ਸੀਗਾ। ਤਾਂ ਉਹ ਤੋਂ ਫਰਾਂਸਿਸ ਡੇ ਨੇ 1639 ਦੇ ਵਿੱਚ ਪਰਮਿਸ਼ਨ ਲੈ ਲਈ ਸੀ। ਓਕੇ, ਤਾਂ ਇਹ ਸੀਗੇ ਇਹਨਾਂ ਦੇ ਬੇਸਿਕ ਫੈਕਟ ਨੇ ਜਿਹੜੇ ਪਹਿਲਾਂ ਤੁਸੀਂ ਉਹ ਦੇਖ ਲਓ। 1615 ਦੇ ਵਿੱਚ ਸਰ ਥੋਮਸ ਰਾਏ, ਇਹ ਵੀ ਜੇਮਸ ਬੰਨ ਦਾ ਪ੍ਰਤੀਨਿਧੀ ਬਣ ਕੇ ਆਇਆ ਸੀਗਾ, ਔਰ ਇਹ 1619 ਤੱਕ ਰਿਹਾ ਸੀ। ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇੱਕ ਹੋਰ ਪ੍ਰਤੀਨਿਧੀ ਬਣ ਕੇ ਆਇਆ ਸਰ ਥੋਮਸ ਰਾਏ। ਤਾਂ ਇਹ ਕਦੋਂ ਆਇਆ ਸੀ? 1615 ਦੇ ਵਿੱਚ। ਇਹ ਕਿੱਥੇ ਤੱਕ ਰਿਹਾ ਸੀ? ਟਿਲ ਫਰਵਰੀ 1619 ਤੱਕ ਇਹ ਜੇਮਸ ਬੰਨ ਦਾ ਪ੍ਰਤੀਨਿਧੀ ਬਣ ਕੇ ਆਇਆ। ਇਹ ਵੀ ਕਿਹਦੇ ਦਰਬਾਰ ਦੇ ਵਿੱਚ ਆਇਆ ਸੀ? ਧਿਆਨ ਰੱਖਣਾ ਤੁਸੀਂ, ਸਰ ਥੋਮਸ ਰਾਏ ਵੀ ਜਹਾਂਗੀਰ ਦੇ ਦਰਬਾਰ ਦੇ ਵਿੱਚ ਹੀ ਆਇਆ ਸੀ। ਤਾਂ ਇਹਨੇ ਵੀ ਫਰਮਾਨ ਲੈ ਲਿਆ ਸੀਗਾ ਮੁਗਲ ਅੰਪਾਇਰ ਦੇ ਏਰੀਆ 'ਚ ਟ੍ਰੇਡ ਇਸਟੈਬਲਿਸ਼ ਫੈਕਟਰੀਆਂ ਕਰਨ ਦਾ। ਕਿੱਥੇ? ਆਗਰਾ, ਅਹਿਮਦਾਬਾਦ ਔਰ ਫਰੈਂਚ। ਇਹਨੇ ਵੀ ਫਰਮਾਨ ਲੈ ਲਿਆ ਸੀਗਾ। ਫਰਮਾਨ ਹੁੰਦਾ ਜਿਹੜਾ ਮਤਲਬ ਕਿ ਮੁਗਲ ਐਂਪਰਰ ਇਹਨਾਂ ਨੂੰ ਇਸ਼ੂ ਕਰਦਾ ਜਾਂ ਜਾਰੀ ਕਰਦਾ। ਤਾਂ ਉਹ ਕਿੱਥੇ ਕਰੇ ਇਹਨਾਂ ਨੇ? ਆਗਰਾ, ਅਹਿਮਦਾਬਾਦ ਐਂਡ ਬਰੋਚ। ਤਾਂ 3 ਜਗ੍ਹਾ ਦੇ ਉੱਪਰ ਇਹਨਾਂ ਨੇ ਸਰ ਥੋਮਸ ਰਾਏ ਨੇ ਜਹਾਂਗੀਰ ਦੇ ਉੱਤੋਂ ਲੈ ਲਿਆ ਸੀ। 1619 ਤੱਕ ਐਂਬੈਸਡਰ, ਯਾਨੀ ਕਿ ਰਾਜਦੂਤ ਬਣ ਕੇ ਇਹ ਰਿਹਾ।
ਕਿਹੜੀਆਂ ਜਗ੍ਹਾ ਦੇ ਉੱਤੇ ਰਾਜਦੂਤ ਬਣ ਕੇ ਰਿਹਾ ਸੀ ਇਹ ਵੀ ਇੰਪੋਰਟੈਂਟ ਫੈਕਟ ਆ, ਧਿਆਨ 'ਚ ਰੱਖਿਓ। ਅਜਮੇਰ ਐਂਡ ਮਾਂਡੋ, ਇਲਾਹਾਬਾਦ, ਆਹ ਜਗ੍ਹਾ ਦੇ ਉੱਤੇ ਅੰਬੈਸਡਰ ਬਣ ਕੇ ਰਿਹਾ ਸੀ। ਫਰਮਾਨ ਇਹਨੇ ਕਿੱਥੋਂ ਮਿਲਿਆ ਸੀ? ਆਗਰਾ, ਅਹਿਮਦਾਬਾਦ ਔਰ ਬਰੌਚ ਦਾ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਫਿਰ ਦੇਖੋ ਇਹਨਾਂ ਨੇ ਜਦੋਂ ਫਿਰ 1623 ਦੇ ਵਿੱਚ ਇਹਨਾਂ ਨੇ ਡੱਚ ਨੂੰ ਹਰਾਤਾ। ਓਕੇ, ਤਾਂ ਇੰਡੋਨੇਸ਼ੀਆ ਆਈਲੈਂਡ 'ਤੇ ਕਬਜ਼ਾ ਸੀਗਾ ਜਿਹੜਾ ਡੱਚਾਂ ਤੋਂ, ਉਹ ਇਹਨਾਂ ਨੇ ਛਡਵਾ ਲਿਆ। ਕਦੋਂ? 1623 ਦੇ ਵਿੱਚ। ਤਾਂ ਇਹ ਇਹਨਾਂ ਦਾ ਬੇਸਿਕ ਫੈਕਟ ਨੇ ਜਿਹੜੇ ਤੁਸੀਂ ਸਿੱਧੇ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਦੇਖੋ ਬੱਚੇ, NCERT ਹੋ ਗਈ, ਸਪੈਕਟਰਮ ਹੋ ਗਈ, ਜਾਂ ਫਿਰ ਤੁਸੀਂ ਬਿਪਨ ਚੰਦਰ ਦੀ ਬੁੱਕ ਆ, ਤਾਂ ਸਾਰੀਆਂ ਦਾ ਤੁਹਾਨੂੰ ਕਨਕਲੂਜਨ ਪ੍ਰੋਵਾਈਡ ਕੀਤਾ ਜਾ ਰਿਹਾ। ਇਹ ਨਹੀਂ ਹੈਗਾ ਵੀ ਕੁਝ ਤੁਹਾਨੂੰ ਇਕੱਲਾ NCERT ਤੋਂ ਜਾਂ ਫਿਰ ਇਕੱਲੀ ਸਪੈਕਟਰਮ ਕਰਵਾਈ ਜਾ ਰਹੀ ਆ, ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਨਿਚੋੜ ਕੱਢ ਕੇ ਕਰਵਾਇਆ ਜਾ ਰਿਹਾ। ਤਾਂ ਤੁਸੀਂ ਫੈਕਟ ਥੋੜ੍ਹੇ ਔਖੇ ਜ਼ਰੂਰ ਨੇ, ਹਿਸਟਰੀ ਇੰਨੀ ਈਜ਼ੀ ਨਹੀਂ ਹੁੰਦੀ, ਕਿਉਂਕਿ ਇਹਦੇ 'ਚ ਤਰੀਕਾਂ ਵਗੈਰਾ ਯਾਦ ਰੱਖਣੀਆਂ, ਨਾਮ ਯਾਦ ਰੱਖਣੇ, ਜਗ੍ਹਾ ਦੇ ਨਾਮ ਯਾਦ ਰੱਖਣੇ, ਕਿਲੇ ਵਗੈਰਾ ਯਾਦ ਰੱਖਣੇ, ਕਾਫੀ ਔਖਾ ਕੰਮ ਹੁੰਦਾ। ਪਰ ਰਿਵੀਜ਼ਨ ਕਰੋ ਤੁਸੀਂ ਵਾਰ-ਵਾਰ, ਤਾਂ ਪੇਪਰ ਤੱਕ ਤੁਹਾਨੂੰ ਆਸਾਨੀ ਦੇ ਨਾਲ ਇਹ ਚੀਜ਼ਾਂ ਰੱਟ ਜਾਣੀਆਂ ਨੇ, ਕਿਉਂਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਸਿੱਧੇ ਕੁਐਸਚਨ ਆਉਣਗੇ। ਕਿਉਂਕਿ ਜਿਵੇਂ ਬੈਟਲ ਆਫ ਬਕਸਰ ਦੇ ਵਿੱਚੋਂ ਪ੍ਰਿੰਸੀਪਲ ਔਰ ਐਨਾਲਿਸਟ ਦੇ ਐਗਜ਼ਾਮ ਦੇ ਵਿੱਚ ਸਿੱਧੇ ਕੁਐਸਚਨ ਆਏ ਹੋਏ ਆ, ਔਰ ਇਦੋਂ ਪਹਿਲਾਂ ਪਟਵਾਰੀ ਦਾ ਐਗਜ਼ਾਮ ਹੋਇਆ ਸੀ, SI ਦਾ ਹੋਇਆ, ਉਹਨਾਂ ਦੇ ਵਿੱਚ ਵੀ ਪਲਾਸੀ ਦੀ ਯੁੱਧ ਨੂੰ ਲੈ ਕੇ, ਬੈਟਲ ਆਫ ਬਕਸਰ ਨੂੰ ਲੈ ਕੇ, ਇਹਨਾਂ ਦੇ ਵਿੱਚੋਂ ਡਾਇਰੈਕਟ ਕੁਐਸਚਨ ਜਿਹੜੇ ਵਨ ਲਾਈਨਰ ਦੇ ਰੂਪ ਦੇ ਵਿੱਚ ਸਿੱਧੇ ਆਏ ਹੋਏ ਆ। ਤਾਂ ਕਰਕੇ ਤੁਸੀਂ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝਣਾ, ਕਿਉਂਕਿ ਇਹ ਨਹੀਂ ਪਤਾ ਉਹਨਾਂ ਦਾ ਵੀ ਬੈਟਲ ਤੋਂ ਹਟ ਕੇ ਥੋੜ੍ਹਾ ਜਿਹਾ ਪਿੱਛੋਂ ਪਾ ਦੇਣ ਪੇਪਰ। ਤਾਂ ਤੁਸੀਂ ਧਿਆਨ ਦੇ ਨਾਲ ਇਹਨੂੰ ਸੁਣਨਾ ਔਰ ਸਮਝੋ। ਤੇ ਜਦੋਂ ਫਿਰ ਇਹਨਾਂ ਨੇ ਬਾਕੀ ਸਾਰੀਆਂ ਫੈਕਟਰੀਆਂ ਆਪਣੀਆਂ ਸਥਾਪਿਤ ਕਰ ਲਈਆਂ, ਤਾਂ 1632 ਦੇ ਵਿੱਚ 1632 ਦੇ ਵਿੱਚ ਫਿਰ ਇਹਨਾਂ ਨੂੰ ਇੱਕ ਮਿਲਿਆ ਗੋਲਡਨ ਫਰਮਾਨ। ਗੋਲਡਨ ਫਰਮਾਨ ਇੱਕ ਮਿਲਿਆ ਇਹਨਾਂ ਨੂੰ 1632 ਦੇ ਵਿੱਚ। ਓਕੇ, ਇਹ ਕਿਤੋਂ ਮਿਲਿਆ ਸੀਗਾ? ਸੁਲਤਾਨ ਆਫ ਗੋਲਕੁੰਡਾ। ਤਾਂ ਗੋਲਕੁੰਡਾ ਦੇ ਸੁਲਤਾਨ ਦੇ ਕੋਲੋਂ ਇਹਨਾਂ ਨੂੰ ਇਹ ਕੀ ਮਿਲ ਗਿਆ? ਫਰਮਾਨ ਮਿਲ ਗਿਆ, ਗੋਲਡਨ ਫਰਮਾਨ। ਓਕੇ, ਤਾਂ ਇਹਦੇ 'ਚ ਉਹਨੇ ਕੀ ਕਿਹਾ ਸੀ? ਉਹ ਕਹਿੰਦਾ ਵੀ ਤੁਸੀਂ 500 ਪਗੋੜਾ, ਇਹ ਇਹਨਾਂ ਦੇ ਸਿੱਕੇ ਸੀਗੇ ਜਿਹੜੇ ਕੋਇਨ ਸੀਗੇ, ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ 500 ਪਗੋੜਾ ਜਿਹੜਾ ਉਹ ਸਾਨੂੰ ਦਿਓ, ਅਤੇ ਬਾਕੀ ਜਿਹੜੇ ਸਾਡੇ ਪੋਰਟ ਨੇ ਤੁਸੀਂ ਉਹਨਾਂ ਨੂੰ ਕੀ ਕਰ ਸਕਦੇ ਹੋ? ਯੂਜ਼ ਕਰ ਸਕਦੇ ਹੋ। ਤਾਂ ਇਹ ਵੀ ਇਹਨਾਂ ਦਾ ਤੁਸੀਂ ਇੱਕ ਫਰਮਾਨ ਆ ਜਿਹੜਾ ਧਿਆਨ ਦੇ ਵਿੱਚ ਰੱਖਣਾ ਵੀ 500 ਪਗੋੜਾ ਦੇ ਪਿੱਛੇ ਡੀਲ ਹੋਈ 1632 ਦੇ ਵਿੱਚ। ਕਿਹਦੇ ਨਾਲ? ਸੁਲਤਾਨ ਆਫ ਗੋਲਕੁੰਡਾ। ਤਾਂ ਗੋਲਕੁੰਡਾ ਤੁਸੀਂ ਦੇਖਿਆ ਹੋਊਗਾ ਜਦੋਂ ਤੁਸੀਂ ਕੋਹੀਨੂਰ ਹੀਰੇ ਦੇ ਬਾਰੇ ਪੜ੍ਹਦੇ ਹੋ, ਤਾਂ ਉਹਦੇ ਵਿੱਚ ਹਿਸਟਰੀ ਦੇ ਵਿੱਚ ਹੀ ਆਉਂਦਾ ਉਹ ਵੀ ਉਹ ਗੋਲਕੁੰਡਾ ਮਾਈਨ, ਜਾਂ ਫਿਰ ਇਹਨੂੰ ਵੀ ਤੁਸੀਂ ਇੱਕ ਵਾਰ ਤੋਂ, ਆਪਾਂ ਵੀਡੀਓ ਦੇ ਵਿੱਚ ਬਹੁਤ ਵਾਰ ਮੈਂ ਤੁਹਾਨੂੰ ਕਰਵਾ ਚੁੱਕਿਆ ਆਲਰੇਡੀ। ਜਿਨ੍ਹਾਂ ਨੇ ਹਿਸਟਰੀ ਵਾਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਉਹ ਉਹਨਾਂ ਨੂੰ ਵੀ ਦੇਖ ਸਕਦੇ ਆ ਦੁਬਾਰੇ। ਤਾਂ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਜਦੋਂ ਇਹਨਾਂ ਦੀਆਂ ਮਾਈਨਸ ਜਾਂ ਫਿਰ ਕੋਹੀਨੂਰ ਦੇ ਬਾਰੇ ਫੈਕਟ ਕਰਵਾਏ ਸੀ, ਮੁਗਲ ਅੰਪਾਇਰ ਦੇ ਦੌਰਾਨ ਸੀਗਾ, ਆਈ ਥਿੰਕ ਦਿੱਲੀ ਸਲਤਨਤ ਚੱਲਦੀ ਸੀ, ਉਹਨਾਂ ਦੇ ਵਿਚਾਲੇ ਮੈਂ ਤੁਹਾਨੂੰ ਗੋਲਕੁੰਡਾ ਦੇ ਬਾਰੇ ਕਰਾਇਆ ਸੀ। ਤਾਂ ਉਹਨੂੰ ਤੁਸੀਂ ਦੇਖਿਓ ਜ਼ਰੂਰ, ਉਹਦੇ 'ਚ ਮੈਂ ਬਹੁਤ ਡਿਟੇਲ ਨਾਲ ਇਹਦੇ ਬਾਰੇ ਕਰਵਾਇਆ ਹੋਇਆ। ਕੋਹੀਨੂਰ ਦੀ ਕੀ ਹਿਸਟਰੀ ਰਹੀ ਆ ਉਹਦੇ ਬਾਰੇ ਵੀ ਕਰਵਾਇਆ। ਇੰਗਲੈਂਡ ਦੇ ਵਿੱਚ ਜਾ ਕੇ ਹੁਣ ਉਹ ਕਿਵੇਂ ਉਹਦੇ ਟੋਟੇ ਹੋਏ ਨੇ, ਔਰ ਕਿਵੇਂ ਉਹ ਬਾਕੀ ਰਾਜਿਆਂ ਤੋਂ ਹੁੰਦਾ ਕਿੱਧਰ ਗਿਆ, ਸਾਰੀ ਚੀਜ਼ ਉਹਦੇ ਬਾਰੇ ਆਪਾਂ ਡਿਸਕਸ ਕੀਤੀ ਹੋਈ ਆ, ਉਹਨੂੰ ਤੁਸੀਂ ਜ਼ਰੂਰ ਦੇਖਿਓ। ਬਾਕੀ 1639 ਦੇ ਵਿੱਚ ਇਹਨਾਂ ਨੇ ਚੰਦਰਗਿਰੀ ਦੇ ਰਾਜੇ ਤੋਂ 20 ਫਰਮਾਨ ਆਗਿਆ ਲੈ ਲਈ ਸੀ। 1639 ਦੇ ਵਿੱਚ ਚੰਦਰਗਿਰੀ ਦੇ ਸ਼ਾਸਕ ਤੋਂ, ਤਾਂ ਇਹਦੇ ਤੋਂ ਵੀ ਇਹਨਾਂ ਨੇ ਆਗਿਆ ਲੈ ਲਈ ਸੀਗੀ ਕਿ ਤੁਸੀਂ ਕਿਲੇ ਵੀ ਬਣਾ ਸਕਦੇ ਹੋ, ਉਹਨਾਂ ਨੂੰ ਖੁਦ ਸ਼ਾਸਨ ਕਰ ਸਕਦੇ ਹੋ ਉਹਨਾਂ ਦੇ ਉੱਤੇ, ਔਰ ਕੋਇਨ ਮਨੀ ਕੰਡੀਸ਼ਨ ਜਿਹੜੀਆਂ ਉਹ ਤੁਸੀਂ ਵੀ ਹਾਫ ਸਾਨੂੰ ਦੇ ਦਿਓ, ਬਾਕੀ ਟੈਕਸ ਦਿਓ, ਤੁਸੀਂ ਜੋ ਪੋਰਟ ਹੋਊਗਾ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਬਾਕੀ ਤੁਸੀਂ ਇੱਥੇ ਚਲਾਓ ਜੋ ਚਲਾਉਣਾ ਤੁਸੀਂ। ਤਾਂ ਇਸ ਤੋਂ ਬਾਅਦ ਉਦੋਂ ਹੀ ਇਹਨਾਂ ਨੇ ਫਿਰ ਮਦਰਾਸ ਨਗਰ ਦੀ ਜਿਹੜੀ ਸਥਾਪਨਾ ਉਹ ਕੀਤੀ ਸੀ। ਓਕੇ, ਬਾਕੀ ਇੱਕ ਧਿਆਨ 'ਚ ਰੱਖਣਾ 1658 ਦੇ ਵਿੱਚ 1658 ਦੇ ਵਿੱਚ ਸ੍ਰੀਲੰਕਾ ਖੋਲ੍ਹਿਆ ਸੀ ਪੁਰਤਗਾਲੀਆਂ ਤੋਂ। ਸ੍ਰੀਲੰਕਾ ਪੁਰਤਗਾਲੀਆਂ ਤੋਂ ਇਹਨਾਂ ਨੇ ਖੋਲ੍ਹਿਆ ਸੀਗਾ। ਓਕੇ, ਬਾਕੀ ਇਹਨਾਂ ਦੇ ਜਿਹੜੇ ਬੇਸਿਕ ਫੈਕਟ ਨੇ, ਜਿਵੇਂ ਕਿ 1661 ਦੇ ਵਿੱਚ ਦੇਖੋ ਵਿਪਨ ਚੰਦਰ ਬੁੱਕ ਚੱਕੋਗੇ ਉਹਦੇ 'ਚ 1662 ਲਿਖਿਆ ਵਾ, ਇਹਦੇ 'ਚ ਕਨਫਿਊਜ਼ ਨਹੀਂ ਹੋਣਾ। ਇੱਕ ਵਾਰ ਤੁਸੀਂ ਖੁਦ ਦੇਖ ਲਿਓ ਵੀ ਤੁਸੀਂ ਕਿਹਨੂੰ ਮਤਲਬ ਕਿ ਅਥੋਰਟਿੰਗ ਮੰਨਣਾ ਜ਼ਿਆਦਾ। ਤਾਂ 1661 ਔਰ 62 ਦੀ ਗੱਲ ਆ। ਤਾਂ ਇਹਦੇ 'ਚ ਜਦੋਂ ਇਹਨਾਂ ਨੇ ਵਿਆਹ ਕਰਾਇਆ ਪੁਰਤਗਾਲੀ ਰਾਜਕੁਮਾਰੀ ਕੈਥਰੀਨੇ ਦੇ ਨਾਲ, ਆਪਣਾ ਸੀਗਾ ਪ੍ਰਾਈਮ ਚਾਰਲਸ ਨੇ ਵਿਆਹ ਕਰਵਾਇਆ ਪੁਰਤਗਾਲੀ ਰਾਜਕੁਮਾਰੀ ਦੇ ਨਾਲ, ਉਦੋਂ ਇਹਨਾਂ ਨੂੰ ਡੌਰੀ ਦੇ ਰੂਪ ਦੇ ਵਿੱਚ, ਜਾਣੀ ਕਿ ਦਹੇਜ ਦੇ ਰੂਪ ਦੇ ਵਿੱਚ ਬੰਬੇ ਮਿਲਿਆ ਸੀ। ਤਾਂ ਪੁਰਤਗਾਲੀਆਂ ਨੇ ਇਹਨਾਂ ਨੂੰ ਦਹੇਜ ਦੇ ਰੂਪ ਦੇ ਵਿੱਚ ਕੀ ਦਿੱਤਾ? ਬੰਬੇ ਸੀਗਾ ਜਿਹੜਾ, ਉਹ ਇਹਨਾਂ ਨੂੰ ਦੇਤਾ, ਅਤੇ ਇਹੀ ਇਹਨਾਂ ਦਾ ਟਰਨਿੰਗ ਪੁਆਇੰਟ ਸੀਗਾ। ਅਤੇ ਇਸ ਤੋਂ ਬਾਅਦ ਜਦੋਂ ਇਹਨਾਂ ਨੂੰ ਬੰਬੇ ਮਿਲ ਗਿਆ, ਅੱਗੇ ਇਹਨਾਂ ਨੇ ਬੰਬੇ ਈਸਟ ਇੰਡੀਆ ਕੰਪਨੀ ਨੂੰ ਅੰਗਰੇਜ਼ਾਂ ਨੇ ਕੀ ਕਰਤਾ? ਰੈਂਟ ਦੇ ਉੱਪਰ ਦੇਤਾ। ਓਕੇ, ਤਾਂ ਹੁਣ ਇਹਨੂੰ ਦੇਖੋ, ਬੰਬੇ ਪਹਿਲਾਂ ਕਿਹਨਾਂ ਦੇ ਕੋਲੇ ਸੀ? ਇਹ ਪੁਰਤਗਾਲੀਆਂ ਕੋਲ।
ਇਹਨਾਂ ਨੇ ਦਹੇਜ ਦਿੱਤਾ ਕਿਹਨਾਂ ਨੂੰ? ਬ੍ਰਿਟਿਸ਼ ਲੋਕਾਂ ਨੂੰ। ਅੱਗੇ ਇਹਨਾਂ ਨੇ ਕਿਹਨੂੰ ਦਿੱਤਾ ਰੈਂਟ 'ਤੇ? ਈਸਟ ਇੰਡੀਆ ਕੰਪਨੀ ਨੂੰ। ਓਕੇ, ਜਦੋਂ ਇਹਨਾਂ ਨੇ ਈਸਟ ਇੰਡੀਆ ਕੰਪਨੀ ਨੂੰ ਇਹ ਰੈਂਟ ਦੇ ਉੱਤੇ ਦੇਤਾ, ਉਹ ਕਦੋਂ ਦਿੱਤਾ ਸੀ? 1660, ਮਤਲਬ ਕਿ 1668 ਦੇ ਵਿੱਚ ਈਸਟ ਇੰਡੀਆ ਕੰਪਨੀ ਨੂੰ ਇਹਨਾਂ ਨੇ ਬੰਬੇ ਸਿਟੀ ਰੈਂਟ 'ਤੇ ਦੇਤੀ। ਤਾਂ ਇਹਨਾਂ ਨੇ ਕਿਹਾ ਵੀ ਤੁਸੀਂ 1 ਸਾਲ ਦੇ ਸਾਨੂੰ 10 ਪਾਉਂਡ ਦੇ ਦਿਓ, 10 ਪਾਉਂਡ ਪਰ ਈਅਰ, ਜਾਣੀ ਕਿ ਐਨੂਅਲੀ 10 ਪਾਉਂਡ ਤੁਸੀਂ ਸਾਨੂੰ ਦਿਓ। ਓਕੇ, ਤਾਂ ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਈਸਟ ਇੰਡੀਆ ਕੰਪਨੀ ਨੇ ਬੰਬੇ, ਮਤਲਬ ਕਿ ਈਸਟ ਇੰਡੀਆ ਕੰਪਨੀ ਨੇ ਦੁਬਾਰੇ ਤਾਂ ਫਿਰ ਇਹਨਾਂ ਤੋਂ ਖੋਹ ਹੀ ਲਿਆ ਸੀਗਾ ਇਹ, ਅਤੇ ਇਸ ਤੋਂ ਬਾਅਦ ਬ੍ਰਿਟਿਸ਼ ਗਵਰਨਮੈਂਟ ਤੋਂ ਔਰ ਫੋਰਟੀਫਾਈਡ ਕਰ ਲਿਆ ਸੀ ਦੁਬਾਰੇ। ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਤੋਂ ਲਹਿਦਾ ਹੋ ਕੇ ਚੱਲਣ ਲੱਗ ਗਈ ਸੀਗੀ, ਉਹਨੇ ਇਹਨੂੰ ਖੁਦ ਕਿਲਾਬੰਦੀ ਕਰ ਲਈ ਸੀਗੀ। ਔਰ 1962 ਦੇ ਵਿੱਚ ਪੁਰਤਗਾਲੀਆਂ ਦਾ ਸਾਰਾ ਕੁਝ ਗਿਆ, ਸਿਰਫ ਗੋਆ ਦਮਨ ਦਿਊ ਨੂੰ ਛੱਡ ਕੇ। ਇਸ ਤੋਂ ਬਾਅਦ ਇਹਨਾਂ ਨੇ ਪੁਰਤਗਾਲੀਆਂ ਦੇ ਨਾਲ ਪਹਿਲਾਂ ਤਾਂ ਸੰਬੰਧ ਬਣ ਗਏ, ਫਿਰ ਇਸ ਤੋਂ ਬਾਅਦ ਇਹਨਾਂ ਨੇ ਕੀ ਕਰਿਆ? ਪੁਰਤਗਾਲੀਆਂ ਤੋਂ ਸਾਰਾ ਕੁਝ ਹੀ ਖੋਹ ਲਿਆ। ਪੁਰਤਗਾਲੀਆਂ ਦੇ ਕੋਲੇ ਸਿਰਫ 3 ਚੀਜ਼ਾਂ ਬਚੀਆਂ, ਇੱਕ ਗੋਆ ਬਚਿਆ, ਦਮਨ ਦੀਪ, ਇਹਨਾਂ ਨੂੰ ਛੱਡ ਕੇ ਜਿੰਨਾ ਕੁਛ ਪੁਰਤਗਾਲੀਆਂ ਦਾ ਸੀ ਸਾਰਾ ਕੁਝ ਉਹਨਾਂ ਦੇ ਹੱਥੋਂ ਗਿਆ। ਕਿਉਂਕਿ ਜਦੋਂ ਆਪਾਂ ਪਹਿਲਾਂ ਪੁਰਤਗਾਲੀਆਂ ਦੇ ਬਾਰੇ ਪੜ੍ਹਿਆ ਸੀ, ਮੈਂ ਤੁਹਾਨੂੰ ਉਹਦੇ 'ਚ ਕਰਵਾਇਆ ਸੀ ਵੀ ਪੁਰਤਗਾਲੀ ਆਉਣ ਵਾਲੇ ਵੀ ਸਭ ਤੋਂ ਪਹਿਲਾਂ ਸੀ ਇੰਡੀਆ ਦੇ ਵਿੱਚ, ਜਦੋਂ ਜਾਣ ਲੱਗੇ ਜਾਣ ਵਾਲੇ ਵੀ ਸਭ ਤੋਂ ਐਂਡ 'ਤੇ ਉਹੀ ਗਏ ਨੇ ਪੁਰਤਗਾਲੀ। 47 ਦੇ ਵਿੱਚ ਆਪਣਾ ਦੇਸ਼ ਆਜ਼ਾਦ ਹੋ ਗਿਆ, ਪਰ 1961-60 ਤੱਕ ਪੁਰਤਗਾਲੀ ਨੇ ਜਿਹੜੇ ਉਹ ਫਿਰ ਵੀ ਆਪਣੇ ਇੱਥੇ ਗੋਆ ਦਮਨਦੀਪ 'ਤੇ ਕਬਜ਼ਾ ਕਰਕੇ ਰੱਖਿਆ ਸੀ ਉਹਨਾਂ ਨੇ, ਬਟ ਉਦੋਂ ਉਹ ਛੱਡ ਕੇ ਗਏ ਆ। ਤਾਂ ਔਰ ਜਦੋਂ ਉਹਨਾਂ ਨੂੰ ਆਪਾਂ ਮਰਜ ਕੀਤਾ ਸੀਗਾ, ਜਾਂ ਗੋਆ ਨੂੰ ਇੱਕ ਸੈਪਰੇਟ ਸਟੇਟ ਦਾ ਜਿਹੜਾ ਦਰਜਾ ਦਿੱਤਾ ਗਿਆ ਸੀ, ਉਹਦੀ ਅਮੈਂਡਮੈਂਟ ਵੀ ਮੈਂ ਤੁਹਾਨੂੰ ਪੁਰਤਗਾਲੀ ਵਾਲੇ ਟੌਪਿਕ ਦੇ ਵਿੱਚ ਚੈਪਟਰ ਦੇ ਵਿੱਚ ਕਰਵਾਈ ਸੀ ਕਿ ਉਹ ਕਿਹੜੀ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਕੇ ਉਹਨੂੰ ਐਡ ਕੀਤਾ ਗਿਆ ਸੀ। ਉਹ ਅਮੈਂਡਮੈਂਟ ਦਾ ਨਾਮ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਕਿਹੜੀ ਅਮੈਂਡਮੈਂਟ ਹੋਈ ਸੀ। ਬਾਕੀ ਆਉਂਦਾ ਇੱਕ ਤੁਹਾਨੂੰ ਗਵਰਨਰ ਸੀਗਾ ਈਸਟ ਇੰਡੀਆ ਕੰਪਨੀ ਦਾ, ਉਹਦਾ ਨਾਮ ਸੀ ਗਰੁਲਡ ਅਨਿਆਰ। ਉਹਨੇ ਆਪਣਾ ਮਾਡਰਨ ਬੰਬੇ ਸ਼ਹਿਰ ਦੀ ਸਥਾਪਨਾ ਕੀਤੀ ਸੀ। ਔਰ ਇੱਕ ਤੁਸੀਂ ਫੈਕਟ ਧਿਆਨ ਦੇ ਵਿੱਚ ਰੱਖਣਾ ਵੀ 1687 ਯਾਨੀ ਕਿ 1687 ਦੇ ਵਿੱਚ ਜਿਹੜਾ ਸੀਗਾ ਈਸਟ ਇੰਡੀਆ ਕੰਪਨੀ ਦਾ ਹੈੱਡਕੁਆਟਰ ਟਰਾਂਸਫਰ ਕੀਤਾ ਸੀਗਾ ਕਿੱਥੋਂ? ਪਹਿਲਾਂ ਸੀਗੇ ਸੂਰਤ ਟੂ ਬੰਬੇ। ਤਾਂ ਇਹਨਾਂ ਨੇ 1687 ਦੇ ਵਿੱਚ ਹੈੱਡਕੁਆਟਰ ਸੀਗਾ ਜਿਹੜਾ ਇੱਧਰ ਕਰ ਲਿਆ ਸੀਗਾ ਇੱਕ। ਓਕੇ, ਬਾਕੀ ਇੱਕ 1690 ਦੇ ਵਿੱਚ ਇਬਰਾਹਿਮ ਖਾਨ ਸੂਬੇਦਾਰ ਕਿੱਥੋਂ ਦਾ ਸੀਗਾ? ਬੰਗਾਲ ਦਾ। ਔਰ ਇਹਨਾਂ ਨੇ ਅੰਗਰੇਜ਼ਾਂ ਨੂੰ ਬੁਲਾਵਾ ਦਿੱਤਾ ਸੀਗਾ ਇੱਥੇ। ਇੱਕ ਤੁਸੀਂ ਹੋਰ ਧਿਆਨ ਦੇ ਵਿੱਚ ਰੱਖਣਾ ਫੈਕਟ 1690 ਦੇ ਵਿੱਚ, 1690 ਦੇ ਵਿੱਚ ਕੀ ਸੀਗਾ? ਇੱਕ ਸੀਗਾ ਇਹਨਾਂ ਦਾ ਬੰਦਾ ਜੌਬ ਚਾਰਨੌਕ। ਓਕੇ, ਜੌਬ ਚਾਰਨੌਕ ਸੀਗਾ ਜਿਹੜਾ, ਇਹ ਚੀਫ ਸੀਗਾ ਕਾਸਮ ਬਾਜ਼ਾਰ ਦਾ। ਚੀਫ ਕਿੱਥੋਂ ਦਾ ਸੀ ਇਹ? ਕਾਸਿਮ ਬਾਜ਼ਾਰ ਦਾ। ਔਰ ਇਹਨੇ ਕੀ ਕੀਤਾ ਸੀ? ਇਹੀ ਫਾਊਂਡਰ ਕਿਹਦਾ ਹੈਗਾ? ਕਲਕੱਤਾ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਕਲਕੱਤਾ ਦਾ ਫਾਊਂਡਰ ਕੌਣ ਆ? ਜੌਬ ਚਾਰਨੌਕ ਸੀ। ਅਤੇ ਇਹਨੂੰ ਇਬਰਾਹਿਮ ਨੇ ਮਨਜ਼ੂਰੀ ਨਾਲ ਫੈਕਟਰੀ ਲਾਈ ਸੀ ਇਹਨੇ ਸੂਤਾਨਤੀ ਦੇ ਵਿੱਚ ਫੈਕਟਰੀ ਕਿਹਨੇ ਲਾਈ ਸੀ? ਜੌਬ ਚਾਰਨੌਕ ਨੇ। ਇਹ ਕਿੱਥੋਂ ਦਾ ਚੀਫ ਸੀ? ਕਾਸਮ ਬਾਜ਼ਾਰ ਦਾ। ਇਹੀ ਫਾਊਂਡਰ ਆ ਕਲਕੱਤਾ ਦਾ। 96 ਦੇ ਵਿੱਚ ਯਾਨੀ ਕਿ 1696 ਦੇ ਵਿੱਚ ਜਿਹੜੀ ਇਹਨੇ ਫੈਕਟਰੀ ਲਾਈ ਉਹਦੀ ਕਿਲਾਬੰਦੀ ਕਰਨ ਦਾ ਆਦੇਸ਼ ਮਿਲ ਗਿਆ, ਜਾਂ ਆਗਿਆ ਇਹਨੂੰ ਮਿਲ ਗਈ ਸੀਗੀ। ਬਾਕੀ ਜਿਹੜਾ ਮੁਗਲ ਰਾਜਕੁਮਾਰ ਸੀਗਾ, ਪੋਤਾ ਸੀਗਾ ਉਹ ਔਰੰਗਜ਼ੇਬ ਦਾ, ਉਹਦਾ ਨਾਮ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਔਰੰਗਜ਼ੇਬ ਦਾ ਪੋਤਾ ਕਿਹੜਾ ਸੀ ਜਿਹੜਾ ਮੁਗਲ ਰਾਜਕੁਮਾਰ ਬਣਿਆ 1696 ਦੇ ਵਿੱਚ। ਇਹਨੇ ਅੰਗਰੇਜ਼ਾਂ ਨੂੰ 3 ਪਿੰਡ ਦਿੱਤੇ ਸੀ, ਸੂਤਾਨਤੀ, ਕਲੀਕੱਤਾ ਔਰ ਗੋਬਿੰਦਪੁਰ। ਤਾਂ ਇਹ 3 ਪਿੰਡ ਸੀਗੇ ਜਿਹੜੇ ਇਹਨੇ ਦਿੱਤੇ ਸੀਗੇ ਔਰੰਗਜ਼ੇਬ ਦੇ ਪੋਤੇ ਨੇ। ਅਤੇ 97-98 ਦੇ ਵਿੱਚ 3 ਪਿੰਡਾਂ ਨੂੰ ਮਿਲਾ ਕੇ ਕਲਕੱਤਾ ਬਣਾਤਾ ਸੀਗਾ ਬ੍ਰਿਟਿਸ਼ ਨੇ। ਓਕੇ, ਤਾਂ ਇਹ ਸੀਗੇ ਇਹਨਾਂ ਦੇ ਬੇਸਿਕ ਫੈਕਟ ਜਿਹੜੇ ਤੁਸੀਂ ਡਾਇਰੈਕਟਲੀ ਧਿਆਨ ਦੇ ਵਿੱਚ ਰੱਖਣੇ ਆ। ਚਾਹੇ ਤੁਹਾਨੂੰ ਰੱਟੇ ਮਾਰੋ, ਚਾਹੇ ਤੁਸੀਂ ਇਹਨੂੰ ਸਮਝ ਕੇ ਕਰੋ, ਜਿਵੇਂ ਤੁਹਾਡੇ ਯਾਦ ਹੁੰਦੇ ਆ ਤਾਂ ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਯਾਦ ਕਰਨਾ। ਤਾਂ ਔਰੰਗਜ਼ੇਬ ਦੀ ਡੈਥ ਕਦੋਂ ਹੁੰਦੀ ਆ? 1707 ਦੇ ਵਿੱਚ। ਔਰ ਉਹਦੀ ਡੈਥ ਤੋਂ ਬਾਅਦ ਬਣਿਆ ਸੀ ਫਰਖੁਸ਼ਿਆਰ। ਠੀਕ ਆ, ਤਾਂ ਹੁਣ ਇਹ ਪੁਆਇੰਟ ਆਪਾਂ ਕਿਉਂ ਕਰ ਰਹੇ ਹਾਂ? ਦੇਖੋ 1707 ਦੇ ਵਿੱਚ ਔਰੰਗਜ਼ੇਬ ਡਾਈਡ। ਕਹਿੰਦੇ ਆ ਵੀ ਸਭ ਤੋਂ ਕੱਟੜ ਇਹਨਾਂ ਦੇ ਵਿੱਚ ਮੁਗਲਾਂ ਦੇ ਵਿੱਚ ਕੌਣ ਸੀਗਾ? ਔਰੰਗਜ਼ੇਬ ਸੀਗਾ। ਜਦੋਂ ਇਹ ਡਾਈਡ ਇਸ ਤੋਂ ਬਾਅਦ ਕੌਣ ਬਣਿਆ? ਫਰਖੁਸ਼ੀਆਰ। ਇਹ ਤੋਂ ਬਾਅਦ ਸੀਗਾ ਜਿਹੜਾ ਉਹ ਸ਼ਾਸਕ ਬਣ ਗਿਆ। ਤਾਂ ਇਹਦੇ ਜਦੋਂ ਇਹ ਸੀਗਾ ਤਾਂ ਜੌਹਨ ਸਰਮੈਨ ਦੀ ਅਧਿਅਕਸ਼ਤਾ ਦੇ ਵਿੱਚ, ਜਾਣੀ ਕਿ ਹੈੱਡ ਸੀਗਾ ਜੌਹਨ ਸਰਮਾਨ। ਤਾਂ ਇਹ ਤੋਂ 1715 ਦੇ ਵਿੱਚ ਜੌਹਨ ਸਰਮਨ ਕਹਿ ਸਕਦੇ ਹੋ ਤੁਸੀਂ,
ਜੌਹਨ ਸਰਮਨ ਪ੍ਰਧਾਨ ਸੀ। ਇਹਦੇ ਅੰਡਰ ਇੱਕ ਗਰੁੱਪ ਆਇਆ, ਉਹਨਾਂ ਦੇ ਵਿੱਚ ਇੱਕ ਬੰਦਾ ਸੀਗਾ ਡਾਕਟਰ ਵਿਲੀਅਮ ਹੈਮਿਲਟਨ। ਧਿਆਨ ਦੇ ਵਿੱਚ ਰੱਖਣਾ ਤੁਸੀਂ, ਤੁਹਾਨੂੰ ਆਪਸ਼ਨਾਂ ਦੇ ਵਿੱਚ ਜੌਹਨ ਸਰਮਨ ਵੀ ਆ ਸਕਦਾ ਜਾਂ ਫਿਰ ਡਾਕਟਰ ਵਿਲੀਅਮ ਹੈਮਿਲਟਨ ਵੀ ਆ ਸਕਦਾ। ਤਾਂ ਫਰਖੁਸ਼ੀਆਰ ਦੀ ਉਹਨੇ ਸਰਜਰੀ ਕਰੀ ਸੀ ਉਹ ਬੰਦੇ ਨੇ, ਤਾਂ ਫਰਖੁਸ਼ੀਆਰ ਇਹਨਾਂ ਤੋਂ ਇੰਨਾ ਖੁਸ਼ ਹੋ ਗਿਆ ਸੀ, ਫਿਰ ਇਹਨੇ ਬੰਗਾਲ, ਉੜੀਸਾ, ਬਿਹਾਰ ਦੇ ਵਿੱਚ ਵਿਦਾਊਟ ਟੈਕਸ ਟਰੇਡ ਕਰਨ ਦੀ ਮਨਜ਼ੂਰੀ ਇਹਨਾਂ ਨੂੰ ਤਿੰਨਾਂ ਪ੍ਰੋਵਿੰਸ ਦੇ ਵਿੱਚ ਦੇਤੀ ਸੀ। ਤਾਂ ਜੇ ਤਾਂ ਤੁਹਾਨੂੰ ਆਉਂਦਾ ਵੀ ਡਾਕਟਰ ਵਿਲੀਅਮ ਹੈਮਿਲਟਨ ਤਾਂ ਵੀ ਤੁਸੀਂ ਠੀਕ ਕਰਨਾ, ਜੇ ਤੁਹਾਨੂੰ ਜੌਹਨ ਸਰਮਨ ਆਉਂਦਾ ਤਾਂ ਤੁਸੀਂ ਲਾਉਣਾ ਹੀ ਲਾਉਣਾ, ਕਿਉਂਕਿ ਇਹਨਾਂ ਦਾ ਹੈੱਡ ਸੀਗਾ ਜੌਹਨ ਸਰਮਨ ਔਰ ਡਾਕਟਰ ਵਿਲੀਅਮ ਹੈਮਿਲਟਨ ਸੀਗਾ ਜਿਹੜਾ ਉਹ ਇੱਕ ਡਾਕਟਰ ਸੀਗਾ ਜਿਹਨੇ ਸਰਜਰੀ ਕਰੀ ਫਰਖੁਸ਼ੀਆਰ ਦੀ। ਤਾਂ ਇਹਨੇ 1717 ਦੇ ਵਿੱਚ ਖੁਸ਼ ਹੋ ਕੇ ਮੁਗਲ ਸ਼ਾਸਕ ਨੇ ਬੰਗਾਲ, ਉੜੀਸਾ, ਬਿਹਾਰ ਦੇ ਵਿੱਚ ਵਿਦਾਊਟ ਟੈਕਸ ਕਰਨ ਦੀ ਇਹਨਾਂ ਨੂੰ ਮਨਜ਼ੂਰੀ ਸੀਗੀ ਜਿਹੜੀ ਉਹ ਦੇਤੀ ਸੀ। ਔਰ ਇਹੀ ਪਰਮਿਟ ਨੂੰ ਕਿਹਾ ਜਾਂਦਾ ਮੈਗਨਾ ਕਾਰਟਾ ਆਫ ਬ੍ਰਿਟਿਸ਼। ਹੁਣ ਮੈਗਨਾ ਕਾਰਟਾ ਹਿਸਟਰੀ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਹਾਂ ਅੰਗਰੇਜ਼ਾਂ ਦਾ, ਔਰ ਐਵੇਂ ਆਪਾਂ ਫੰਡਾਮੈਂਟਲ ਰਾਈਟ ਦੇ ਵਿੱਚ ਵੀ ਗੱਲ ਕਰਦੇ ਹਾਂ, ਪੋਲਿਟੀ ਦੇ ਵਿੱਚ ਵੀ ਮੈਗਨਾ ਕਾਰਟਾ। ਤਾਂ ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਿਓ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਕਲਕੱਤੇ ਦੀ ਕਿਲਾਬੰਦੀ ਸ਼ੁਰੂ ਕਰਨੀ ਸਟਾਰਟ ਕਰਤੀ ਸੀਗੀ। ਓਕੇ, ਤਾਂ ਹੁਣ ਇਹ ਤਾਂ ਕੁਝ ਕੁ ਬੇਸਿਕ ਫੈਕਟ ਸੀਗੇ। ਹੁਣ ਹੋਰ ਆਪਾਂ ਗੱਲ ਕਰੀਏ ਵੀ ਇਹਨਾਂ ਨੇ ਬੰਗਾਲ ਦੇ ਵਿੱਚ ਕਬਜ਼ਾ ਆਪਦਾ ਕਿਵੇਂ ਸਟਾਰਟ ਕੀਤਾ। ਪਹਿਲਾਂ ਆਪਾਂ ਜਿਹੜੇ ਇਹਦੇ ਸਲਾਈਡ ਦੇ ਵਿੱਚ ਨੇ ਤੁਸੀਂ ਉਹਨਾਂ ਨੂੰ ਵੀ ਇੱਕ ਵਾਰ ਝਾਤ ਮਾਰ ਲਓ। ਦੇਖੋ, ਇੰਗਲਿਸ਼ ਐਸੋਸੀਏਸ਼ਨ ਜਾਂ ਫਿਰ ਕੰਪਨੀ ਟੂ ਟਰੇਡ ਵਿਦ ਈਸਟ ਵਾਜ਼ ਫਾਰਮਡ 1599 ਦੇ ਵਿੱਚ। ਓਕੇ, ਤਾਂ 1599 ਦੇ ਵਿੱਚ ਇਹਨਾਂ ਨੇ ਕੀ ਕਰਿਆ, ਉੱਥੇ ਕਿਹਾ ਵੀ ਆਪਾਂ ਇੱਕ ਮਰਚੈਂਟ ਸੀਗੇ ਜਿਹੜੇ, ਉਹਨਾਂ ਨੇ ਇੱਕ ਗਰੁੱਪ ਬਣਾਇਆ ਦ ਮਰਚੈਂਟ ਐਡਵੈਂਚਰਸ। ਤਾਂ ਕੁਈਨ ਐਲਿਜ਼ਾਬੈਥ ਸੀਗੀ, 31 ਦਸੰਬਰ 1600 ਨੂੰ ਉਹਦੇ ਤੋਂ ਇਹ ਪਰਮਿਸ਼ਨ ਲੈ ਲਈ ਇਹਨਾਂ ਨੇ। ਤਾਂ ਉਹਨਾਂ ਨੇ ਇਹਨਾਂ ਨੂੰ ਰਾਈਟ ਦਿੱਤੇ ਟ੍ਰੇਡ ਟਰਾਂਸਫਾਰਮ ਇਨਟੂ ਰੂਲਿੰਗ ਬਾਡੀ। ਤਾਂ ਮਤਲਬ ਇਸ ਤੋਂ ਬਾਅਦ ਤਾਂ ਇਹ 1765 ਤੱਕ ਤਾਂ ਇੱਥੇ ਕਾਫੀ ਕੁਝ ਚੇਂਜ ਹੋ ਗਿਆ। ਜਦੋਂ ਬੈਟਲ ਆਫ ਬਕਸਰ, ਪਲਾਸੀ ਤੋਂ ਬਾਅਦ ਬੈਟਲ ਆਫ ਬਕਸਰ 1764, 1765 ਦੇ ਵਿੱਚ ਟਰੀਟੀ ਹੋਈ ਆ। ਤਾਂ ਟਰੀਟੀ ਤੋਂ ਬਾਅਦ ਇਹਨਾਂ ਦਾ ਕੰਟਰੋਲ ਸੀਗਾ ਜਿਹੜਾ ਇੰਡੀਆ ਦੇ ਉੱਤੇ ਕਾਫੀ ਜ਼ਿਆਦਾ ਵੱਧ ਗਿਆ ਸੀਗਾ। ਓਕੇ, ਆਹ ਉਰੇ ਬੇਸਿਕ ਫੈਕਟ ਨੇ ਜਿਨ੍ਹਾਂ ਨੂੰ ਤੁਸੀਂ ਇੱਕ ਵਾਰ ਧਿਆਨ ਦੇ ਵਿੱਚ ਦੀ ਕੱਢ ਲਿਓ। ਬਾਕੀ ਮੁਗਲ ਐਂਪਰਰ ਜਹਾਂਗੀਰ ਗੇਵ ਕੈਪਟਨ ਹੌਕਿੰਸ ਦਾ ਰਾਇਲ ਫਰਮਾਨ ਟੂ ਸੈਟ ਅਪ ਫੈਕਟਰੀ ਔਨ ਦਾ ਵੈਸਟਰਨ ਕੋਸਟ, ਬਟ ਇਟ ਵਾਜ਼ ਰਿਫਿਊਜ਼ਡ ਬਾਈ ਦਾ ਐਂਪਰਰ ਡਿਊ ਟੂ ਪ੍ਰੈਸ਼ਰ ਆਫ ਦਾ ਪੁਰਤਗੀਜ਼। ਤਾਂ ਪੁਰਤਗਾਲੀਆਂ ਦਾ ਉਦੋਂ ਪਹਿਲਾਂ ਉਹਨੇ ਆਗਿਆ ਦੇਤੀ, ਫਿਰ ਪੁਰਤਗਾਲੀਆਂ ਦੇ ਪ੍ਰਭਾਵ ਦੇ ਵਿੱਚ ਆ ਕੇ ਜਿਹੜਾ ਆਪਦਾ ਸੀਗਾ ਆਗਿਆ ਉਹ ਵਾਪਸ ਕਰ ਲਈ। ਫਿਰ 1612 ਦੇ ਵਿੱਚ ਜਹਾਂਗੀਰ ਪਰਮਿਟਡ ਦ ਈਸਟ ਇੰਡੀਆ ਕੰਪਨੀ ਟੂ ਸੈਟ ਅਪ ਫੈਕਟਰੀ ਐਟ ਸੂਰਤ। ਫਿਰ ਸਰ ਥੋਮਸ ਰਾਏ, ਇਹਦਾ ਵੀ ਮੈਂ ਤੁਹਾਨੂੰ ਦੱਸ ਹੀ ਦਿੱਤਾ। ਇਸ ਤੋਂ ਬਾਅਦ ਦੇਖੋ 1615 ਦੇ ਵਿੱਚ ਸਰ ਥੋਮਸ ਰਾਏ ਕੇਮ ਟੂ ਦਾ ਮੁਗਲ ਕੋਰਟ ਅੰਬੈਸਡਰ ਆਫ ਜੇਮਸ ਬਨ ਦ ਕਿੰਗ ਆਫ ਇੰਗਲੈਂਡ। ਬਾਕੀ ਇਹ ਤੁਸੀਂ ਜਿਹੜੇ ਫੈਕਟ ਨੇ ਇਹਨੂੰ ਤੁਸੀਂ ਪੜ੍ਹ ਲਿਓ। ਫਸਟ ਫੈਕਟਰੀ ਸਾਊਥ ਦੇ ਵਿੱਚ ਕਿਹੜੀ ਲਾਈ ਸੀ? ਮੋਸਟਲੀ ਪਟਨਮ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਆਹ ਸੀ 1639 ਵਾਲਾ। ਫਰਾਂਸਿਸ ਡੇ ਓਬਟੇਨਡ ਦਾ ਸਾਈਟ ਮਦਰਾਸ ਫਰੋਮ ਦਾ ਰਾਜਾ ਆਫ ਚੰਦਰਗਿਰੀ। ਇਹ ਕੌਣ ਸੀਗਾ? ਉੱਥੋਂ ਦਾ ਲੋਕਲ ਸ਼ਾਸਕ ਸੀਗਾ। ਸਮਾਲ ਫੋਰਟ ਅਰਾਊਂਡ ਦੇਅਰ ਫੈਕਟਰੀ ਕਾਲਡ ਫੋਰਟ ਸੇਂਟ ਜਾਰਜ। ਤਾਂ ਮਦਰਾਸ ਨੇ ਰਿਪਲੇਸ ਕਰਤਾ ਮੂਸਲੀਪਟਨਮ ਨੂੰ ਐਜ਼ ਦਾ ਹੈੱਡਕੁਆਟਰ ਆਫ ਦਾ ਇੰਗਲਿਸ਼ ਔਨ ਦਾ ਕੋਰੋਮੰਡਲ ਕੋਸਟ। ਇਹਦੇ ਵਾਲਾ ਦਹੇਜ ਵਾਲਾ ਕੰਸੈਪਟ ਆਪਾਂ ਕਰ ਹੀ ਚੁੱਕੇ ਹਾਂ ਵੀ ਪੁਰਤਗਾਲੀਆਂ ਨੇ ਬੰਬੇ ਦਹੇਜ ਦੇ ਰੂਪ ਦੇ ਵਿੱਚ ਇਹਨਾਂ ਨੂੰ ਦਿੱਤਾ ਸੀ ਔਰ ਅੱਗੇ ਇਹਨਾਂ ਨੇ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਸੀ। ਤਾਂ 1668 ਦੇ ਵਿੱਚ ਬੰਬੇ ਬਿਕੇਮ ਦਾ ਹੈੱਡਕੁਆਟਰ ਕੰਪਨੀ ਔਨ ਦਾ ਵੈਸਟ ਕੋਸਟ। 1690 ਦੇ ਵਿੱਚ ਈਸਟ ਫੈਕਟਰੀ ਇਸਟੈਬਲਿਸ਼ ਐਟ ਦਾ ਪਲੇਸ ਕਾਲਡ ਸੁਤਾਨਤੀ। ਤਾਂ ਇਹ ਪਿੰਡਾਂ ਦੇ ਬਾਰੇ ਜੋਬ ਚਾਰਨੌਕ, ਇਹਨੂੰ ਹੀ ਕਹਿੰਦੇ ਆ ਫਾਊਂਡਰ ਕਲਕੱਤਾ ਦਾ। ਓਕੇ, ਤਾਂ ਇਹ ਸੀਗੇ ਇਹਨਾਂ ਦੇ ਬੇਸਿਕ ਫੈਕਟ ਨੇ ਜਿਹੜੇ ਸਿੱਧੇ ਸਿੱਧੇ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣਗੇ। ਬਾਕੀ ਦੇਖੋ ਦਾ ਫਰਮਾਨ ਗ੍ਰਾਂਟਡ ਟੂ ਦਾ ਬ੍ਰਿਟਿਸ਼ ਬਾਏ ਦਾ ਐਂਪਰਰ ਨੇਵਲ ਟੂ ਕੰਡਕਟ ਫ੍ਰੀ ਟਰੇਡ ਇਨ ਬੰਗਾਲ। ਤਾਂ ਮਤਲਬ ਜਿਹੜਾ ਇਹਨਾਂ ਫਰਮਾਨ ਇਸ਼ੂ ਕੀਤਾ ਗਿਆ ਸੀ ਉਹਨੇ ਕਿਹਾ ਵੀ ਬੰਗਾਲ ਦੇ ਵਿੱਚ ਤੁਸੀਂ ਕੰਡਕਟ ਕਰ ਸਕਦੇ ਹੋ ਟਰੇਡ ਫ੍ਰੀ। ਬਾਕੀ ਇਹਨਾਂ ਨੂੰ ਦਸਤਕ ਇਸ਼ੂ ਕੀਤੇ ਗਏ। ਇਹ ਕੀ ਹੁੰਦੇ ਆ? ਮੂਵਮੈਂਟ ਸੱਚ ਗੁੱਡਸ, ਮਤਲਬ ਚੀਜ਼ਾਂ ਇੱਧਰ ਉੱਧਰ ਲਿਜਾਣ ਦੇ ਲਈ ਜਿਵੇਂ ਆਪਾਂ ਨੂੰ ਪਾਸ ਦੀ ਲੋੜ ਪੈਂਦੀ ਆ ਤਾਂ ਦਸਤਕ ਇਹਨਾਂ ਦੇ ਇੱਕ ਪਾਸ ਦੀ ਤਰ੍ਹਾਂ ਹੁੰਦੇ ਸੀਗੇ। ਠੀਕ ਆ, ਪਰ ਫਿਰ ਵੀ ਮਿਸਯੂਜ਼ ਕੀਤਾ ਗਿਆ ਕੰਪਨੀ ਦੇ ਸਰਵੈਂਟਸ ਐਂਡ ਦਿਸ ਮੀਨ ਟੂ ਲੌਸ ਦਾ ਰੈਵਨਿਊ ਆਫ ਬੰਗਾਲ। ਮਤਲਬ ਇਹਦਾ ਮਿਸਯੂਜ਼ ਕੀਤਾ ਗਿਆ। ਉਹਨਾਂ ਨੇ ਕੁਛ ਕੁ ਚੀਜ਼ਾਂ ਦੇ ਲਈ ਉਹਨਾਂ ਨੇ ਇਹਨਾਂ ਨੂੰ ਦਸਤਕ ਸੀਗੇ ਜਿਹੜੇ ਜਾਂ ਫਿਰ ਪਾਸ ਸੀਗੇ ਇਸ਼ੂ ਕਰੇ ਸੀ, ਪਰ ਇਹਨਾਂ ਨੇ ਬੰਗਾਲ ਦੇ ਰੈਵਨਿਊ ਨੂੰ ਕਾਫੀ ਜ਼ਿਆਦਾ ਲੋਸ ਕਰਾਇਆ। ਠੀਕ ਆ, ਤਾਂ ਇਹ ਸੀ। ਹੁਣ ਇੰਨੇ ਕੁ ਪੁਆਇੰਟ ਤੁਸੀਂ ਇਹਦੇ 'ਚੋਂ ਧਿਆਨ 'ਚ ਰੱਖ ਲਿਓ। ਬਾਕੀ ਇਹ ਤੋਂ ਬਾਅਦ ਬੰਗਾਲ ਦੇ ਵਿੱਚ ਇਹਨਾਂ ਦੀ ਕੀ ਕੰਡੀਸ਼ਨ ਸੀ ਇਹਨੂੰ ਵੀ ਤੁਸੀਂ ਦੇਖ ਲਓ ਇੱਕ ਵਾਰ। ਬੰਗਾਲ, ਹੁਣ ਬੰਗਾਲ ਦੇ ਵਿੱਚ ਹੀ ਕਿਉਂ? ਕਿਉਂਕਿ ਬੰਗਾਲ ਉਹ ਟਾਈਮ 'ਤੇ ਸਭ ਤੋਂ ਰਿਚ ਸੀ ਔਰ ਲਾਰਜ ਸੀਗਾ ਇੰਡੀਆ ਦੇ ਵਿੱਚ, ਔਰ ਇੱਥੇ ਐਡਵਾਂਸ ਸੀਗਾ ਕਾਫੀ ਇਹ ਟਰੇਡ ਦੇ ਲਈ। ਟਰੇਡ ਦੇ ਵਿੱਚ, ਕਮਰਸ ਦੇ ਵਿੱਚ ਇਹ ਐਡਵਾਂਸ ਸੀ, ਤਾਂ ਕਰਕੇ ਅਟਰੈਕਸ਼ਨ ਦਾ ਕਾਰਨ ਬਣ ਗਿਆ ਅੰਗਰੇਜ਼ਾਂ ਦੀ। ਤਾਂ ਮੁਗਲਾਂ ਦਾ ਇੰਪੋਰਟੈਂਟ ਇਹ ਪ੍ਰੋਵਿੰਸ ਸੀਗਾ। ਤਾਂ 1652 ਦੇ ਵਿੱਚ
1651 ਦੇ ਵਿੱਚ ਸੂਬੇਦਾਰ ਜਾਂ ਗਵਰਨਰ ਸੀਗਾ ਬੰਗਾਲ ਦਾ ਸ਼ਾਹ ਸੂਜਾ। ਤਾਂ ਇਹਨੇ ਅਲਾਓ ਕਰਤਾ ਇੰਗਲਿਸ਼ ਨੂੰ ਵਪਾਰ ਕਰੋ ਵੀ ਬੰਗਾਲ ਦੇ ਵਿੱਚ, ਇਹਨੇ ਅਲਾਓ ਕੀਤਾ ਅੰਗਰੇਜ਼ਾਂ ਨੂੰ ਕਿ ਤੁਸੀਂ ਇੱਥੇ ਕਰ ਸਕਦੇ ਹੋ। ਔਰ ਇਹਨੇ ਕਿਹਾ ਵੀ ਤੁਸੀਂ ਬਦਲੇ ਦੇ ਵਿੱਚ 3000 ਰੁਪਏ ਸਾਨੂੰ ਮਤਲਬ ਕਿ ਪੇਮੈਂਟ ਕਰਨੀ ਆ, ਠੀਕ ਆ, ਐਨੂਅਲੀ 3000 ਰੁਪਇਆ ਤੁਸੀਂ ਐਨੂਅਲੀ ਸਾਨੂੰ ਕਰੋ, ਤਾਂ ਤੁਸੀਂ ਮਤਲਬ ਕਿ ਇੱਥੇ ਬਾਕੀ ਤੁਹਾਨੂੰ ਹੋਰ ਕੁਛ ਨਹੀਂ, ਟੈਕਸ ਵਗੈਰਾ ਨਹੀਂ ਲੈ ਜਾਣਗੇ, ਬਸ ਇੰਨਾ ਦਿਓ ਤੁਸੀਂ। ਤਾਂ 1651 ਦੇ ਵਿੱਚ ਫਿਰ ਇਹਨਾਂ ਨੇ ਫੈਕਟਰੀ ਲਾ ਲਈ ਸੀਗੀ, ਕਿੱਥੇ? ਹੂਗਲੀ ਦੇ ਵਿੱਚ ਇਹਨਾਂ ਨੇ ਕੀ ਕਰ ਲਈ, ਇੱਕ ਆਪਦੀ ਫੈਕਟਰੀ ਲਾ ਲਈ। ਫਿਰ ਇਸ ਤੋਂ ਬਾਅਦ ਇਹਨਾਂ ਨੇ ਹੋਰ ਫੈਕਟਰੀਆਂ ਕਿੱਥੇ ਲਾਈਆਂ? ਕਾਸਿਮ ਬਾਜ਼ਾਰ ਦੇ ਵਿੱਚ ਲਾਈ, ਪਟਨਾ ਦੇ ਵਿੱਚ ਲਾਈ, ਔਰ ਅਗੇਨ ਰਾਜ ਮਹਿਲ ਦੇ ਵਿੱਚ ਲਾਈ। ਤਾਂ ਇਹਨਾਂ ਨੇ ਇਹ ਤੋਂ ਬਾਅਦ ਫੈਕਟਰੀਆਂ ਲਾ ਲਈਆਂ। ਇਸ ਤੋਂ ਬਾਅਦ 1682 ਦੇ ਵਿੱਚ ਇਨ 1682 ਦੇ ਵਿੱਚ ਇਹਨਾਂ ਦਾ ਫਸਟ ਏਜੰਟ ਐਂਡ ਗਵਰਨਰ ਕੰਪਨੀ ਦਾ ਬੰਗਾਲ ਦੇ ਵਿੱਚ ਕੌਣ ਸੀਗਾ? ਵਿਲੀਅਮ ਹੈਜ। ਤਾਂ ਇਹਨੇ ਕੀ ਕਰੀ? ਅਪੀਲ ਕੀਤੀ। ਇਹਨੇ ਕੀ ਕੀਤੀ? ਅਪੀਲ ਕਰੀ। ਕਿਹਨੂੰ ਕੀਤੀ? ਸ਼ਾਇਸਤਾ ਖਾਨ ਨੂੰ। ਮੁਗਲ ਗਵਰਨਰ ਸੀਗਾ ਬੰਗਾਲ ਦਾ ਉਹ ਟਾਈਮ 'ਤੇ ਸ਼ਾਇਸਤਾ ਖਾਨ ਸੀਗਾ, ਕਿ ਰੀਡਰੈਸਲ ਆਫ ਦਾ ਗ੍ਰੀਵੀਅੰਸ। ਤਾਂ 4 ਸਾਲਾਂ ਦੇ ਬਾਅਦ ਹੁਗਲੀ ਬਾਅਦ ਸੈਕਡ ਬਾਏ ਦਾ ਇੰਪੀਰੀਅਲ ਮੁਗਲ। ਤਾਂ ਉਹਨਾਂ ਨੇ ਸੈਕ ਕਰ ਲਿਆ ਕਿਹਨੂੰ? 4 ਸਾਲਾਂ ਦੇ ਬਾਅਦ ਹੁਗਲੀ ਨੂੰ। ਤਾਂ ਅੰਗਰੇਜ਼ਾਂ ਨੇ ਜਵਾਬੀ ਕਾਰਵਾਈ ਦੇ ਵਿੱਚ ਫਿਰ ਇਹ ਤੋਂ ਬਾਅਦ ਮੁਗਲਾਂ ਦੇ ਜਿਹੜੇ ਸੀਗੇ ਕਾਫੀ ਇਹਨਾਂ ਦੇ ਫੋਰਟ ਸੀਗੇ ਉਹ ਕੈਪਚਰ ਕਰਨੇ ਸਟਾਰਟ ਕਰ ਦਿੱਤੇ। ਅਤੇ ਫਿਰ ਇਸ ਤੋਂ ਬਾਅਦ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਅੰਗਰੇਜ਼ਾਂ ਨੇ ਕਰਿਆ ਸੀਗਾ ਉਹ ਸੀਗਾ ਥਾਣੇ ਫੋਰਟ ਸੀਗਾ ਜਿਹੜਾ ਇਹਨਾਂ ਦਾ। ਅਤੇ ਇਹਨੂੰ ਉਹਨਾਂ ਨੇ ਕੀ ਕਰ ਲਿਆ? ਕੈਪਚਰ ਕਰ ਲਿਆ। ਕਿਹਨਾਂ ਨੇ? ਅੰਗਰੇਜ਼ਾਂ ਨੇ। ਕਿਹਨਾਂ ਤੋਂ? ਮੁਗਲਾਂ ਤੋਂ। ਫਿਰ ਇੰਗਲਿਸ਼ ਨੂੰ ਮਜਬੂਰ ਕਰਤਾ ਉਹਨਾਂ ਨੇ ਵੀ, ਮੁਗਲਾਂ ਨੇ, ਕਿ ਤੁਸੀਂ ਇੱਥੋਂ ਛੱਡ ਕੇ ਜਾਓ। ਤਾਂ ਫਿਰ ਉਹ ਰਿਵਰ ਗੰਗਾ ਦੇ ਕਿਨਾਰੇ 'ਤੇ ਚਲੇ ਗਏ ਸੀਗੇ। ਜਦੋਂ ਮੁਗਲਾਂ ਨੇ ਹੁਗਲੀ 'ਤੇ ਰੇਡ ਕੀਤੀ ਤਾਂ ਜੋਬ ਚਾਰਨੋਕ ਏਜੰਟ ਸੀ ਕੰਪਨੀ ਦਾ, ਇਹਨੀ ਗੱਲਬਾਤ ਸ਼ੁਰੂ ਕਰਕੇ ਉਹਨਾਂ ਦੇ ਨਾਲ ਸੁਤਾਨਤੀ ਵਾਪਸ ਕਰ ਦਾਂਗੇ ਕਹਿਤਾ ਸੀਗਾ ਇਹਨਾਂ ਨੇ। ਸੰਧੀ ਕਰ ਲਈ ਸੀ ਜੋਬ ਚਾਰਨੋਕ। ਹੁਣੇ ਆਪਾਂ ਉਹਦੇ ਬਾਰੇ ਪੁਆਇੰਟ ਕਰਕੇ ਹਟਿਆ 1690 ਦੇ ਵਿੱਚ। ਚਾਰਨੋਕ ਨੇ ਮੁਗਲਾਂ ਨਾਲ ਟਰੀਟੀ ਕੀਤੀ ਸੀ ਫਰਵਰੀ 1690 ਦੇ ਵਿੱਚ। ਓਕੇ। ਫਿਰ ਇਹਨਾਂ ਨੇ ਇੰਗਲਿਸ਼ ਫੈਕਟਰੀ ਬਣੀ ਫਰਵਰੀ 10 1691 ਨੂੰ, ਜਦੋਂ ਇੰਪੀਰੀਅਲ ਫਰਮਾਨ ਇਸ਼ੂ ਕੀਤਾ ਗਿਆ ਕਿ ਬੰਗਾਲ ਦੇ ਵਿੱਚ ਟਰੇਡ ਕਰ ਸਕਦੇ ਹੋ। ਫਿਰ ਕੰਡੀਸ਼ਨ ਉਹੀ 3000 ਸਾਲਾਨਾ ਤੇ ਵਾਲੀ ਰੱਖਦੀ ਉੱਥੇ ਉਹਨਾਂ ਨੇ। ਔਰ ਹੋਰ ਤੁਹਾਡੇ ਲਈ ਜਿਹੜੇ ਫੈਕਟ ਬਣਦੇ ਆ, ਫਰਖੁਸ਼ੀਆਰ ਦਾ ਫਰਮਾਨ। ਤਾਂ ਜਿਹੜਾ ਇਹ ਫਰਮਾਨ ਸੀਗਾ ਉਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਿਓ, ਕਾਫੀ ਇੰਪੋਰਟੈਂਟ ਆ। 1715 ਦੇ ਵਿੱਚ ਇੰਗਲਿਸ਼ ਮਿਸ਼ਨ ਲੀਡ ਕਰ ਰਿਹਾ ਸੀ ਬੰਦਾ ਜੌਹਨ ਸਰਮੈਨ। ਤਾਂ ਇਹ ਆਇਆ ਫਰਖੁਸ਼ੀਆਰ ਦੇ ਦਰਬਾਰ ਦੇ ਵਿੱਚ। ਉਹਨਾਂ ਦੇ ਵਿੱਚ ਇੱਕ ਡਾਕਟਰ ਵੀ ਆਇਆ ਸੀ, ਡਾਕਟਰ ਵਿਲੀਅਮ ਹੈਮਿਲਟਨ, ਅਤੇ ਉਹਨੇ ਮਤਲਬ ਕਿ ਫਰਖੁਸ਼ੀਆਰ ਦੀ ਸਰਜਰੀ ਕਰਕੇ ਉਹਦੇ ਜਿਹੜਾ ਵੀ ਹੈਗਾ ਸੀਗਾ ਉਹਨੂੰ ਠੀਕ ਕਰਤਾ। ਤਾਂ ਇਹ ਤੋਂ ਬਾਅਦ 3 ਫੇਮਸ ਫਰਮਾਨ ਦਿੱਤੇ, ਬੰਗਾਲ, ਗੁਜਰਾਤ, ਹੈਦਰਾਬਾਦ। ਅਤੇ ਇਹਨਾਂ ਨੂੰ ਕਿਹਾ ਗਿਆ ਮੇਗਨਾ ਕਾਰਟਾ ਆਫ ਦਾ ਕੰਪਨੀ, ਕਿਉਂਕਿ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਬਿਨਾਂ ਕਿਸੇ ਟੈਕਸ ਤੋਂ ਟਰੇਡ ਆ ਜਿਹੜਾ ਉਹ ਤੁਸੀਂ ਆਪ ਕਰ ਸਕਦੇ ਹੋ। ਤਾਂ ਹੋਰ ਇਹਨਾਂ ਨੇ ਕੀ ਕਿਹਾ ਸੀਗਾ ਇਹਦੇ 'ਚ? 1715 ਦੇ ਵਿੱਚ ਆਏ ਸੀ। 1717 ਦੇ ਵਿੱਚ ਇਹਨਾਂ ਨੂੰ ਇਹ ਫਰਮਾਨ ਸੀਗੇ ਜਿਹੜੇ ਇਸ਼ੂ ਕੀਤੇ ਗਏ ਕਿ ਬੰਗਾਲ ਦੇ ਵਿੱਚ ਇੰਪੋਰਟ ਐਕਸਪੋਰਟ ਤੁਹਾਨੂੰ ਕਸਟਮ ਡਿਊਟੀ ਤੋਂ ਛੂਟ ਮਿਲੂਗੀ। ਕਸਟਮ ਡਿਊਟੀ ਕੀ ਹੁੰਦੀ ਆ? ਜਾਂ ਫਿਰ ਇਹ ਹੁੰਦੀ ਆ ਵੀ ਜਦੋਂ ਇੱਕ ਦੇਸ਼ ਦੇ ਵਿੱਚ ਕੋਈ ਦੂਜੇ ਦੇਸ਼ ਤੋਂ ਚੀਜ਼ ਇੰਪੋਰਟ ਐਕਸਪੋਰਟ ਕੀਤੀ ਜਾਂਦੀ ਆ ਤਾਂ ਉਦੋਂ ਉਹ ਚੀਜ਼ ਦੇ ਉੱਤੇ ਜਿਹੜੇ ਟੈਕਸ ਲੱਗਦੇ ਆ ਉਹਨੂੰ ਕਿਹਾ ਜਾਂਦਾ ਕਸਟਮ ਡਿਊਟੀ। ਠੀਕ ਆ। ਜੇ ਇੰਡੀਆ ਦੀ ਚੀਜ਼ ਇੰਡੀਆ ਦੇ ਵਿੱਚ ਵੇਚਣੀ ਆਪਾਂ ਤਾਂ ਇਕੱਲਾ GST ਨਾਲ ਸਾਰ ਦਿੰਦੇ ਹਾਂ, ਪਰ ਜਿਹੜੀ ਚੀਜ਼ USA, ਕੈਨੇਡਾ ਉਹ ਚੀਜ਼ਾਂ ਤੋਂ ਇੱਥੇ ਆਊਗੀ ਤਾਂ ਇਹਨਾਂ ਦੇ ਉੱਤੇ ਕਸਟਮ ਡਿਊਟੀ ਲੱਗਦੀ ਆ, ਉਹਨੂੰ ਕਿਹਾ ਜਾਂਦਾ ਕਸਟਮ ਡਿਊਟੀ। ਤਾਂ ਉਦੋਂ ਇਹਨਾਂ ਨੂੰ ਇੰਪੋਰਟ ਕਰੋ, ਐਕਸਪੋਰਟ ਕਰੋ ਤਾਂ ਕਸਟਮ ਡਿਊਟੀ ਤੋਂ ਉਹਨਾਂ ਨੂੰ ਛੂਟ ਮਿਲੂਗੀ। ਅਤੇ ਜਿਹੜਾ ਸਾਲ ਦਾ 3000 ਰੁਪਇਆ ਸੀ ਉਹ ਵੀ ਇੱਕ ਵਾਰ ਤੋਂ ਇਹਨਾਂ ਨੂੰ ਕੀ ਕਰਤਾ? ਮਾफ़ ਕਰ ਦਿੱਤਾ ਗਿਆ। ਇਹ ਸੀਗੇ ਫਰਖੁਸ਼ੀਆਰ ਦੇ ਫਰਮਾਨ ਦੇ ਵਿੱਚ। ਬਾਕੀ ਇਹਨਾਂ ਨੂੰ ਦਸਤਕ ਜਾਣੀ ਕਿ ਪਾਸ ਇਸ਼ੂ ਕੀਤੇ ਗਏ ਕੁਝ ਕੁ ਚੀਜ਼ਾਂ ਦੇ ਲਈ ਸੀ, ਪਰ ਇਹਨਾਂ ਨੇ ਮਿਸਯੂਜ਼ ਕੀਤਾ, ਉਹ ਗੱਲ ਵੱਖਰੀ ਆ। ਤਾਂ ਮਦਰਾਸ ਦੇ ਵਿੱਚ ਪੇ ਕਰਨਾ ਟਰੇਡ, ਸਿਰਫ ਹੈਦਰਾਬਾਦ 'ਚ ਇਹਨਾਂ ਨੂੰ ਕੀ ਸੀਗਾ? ਮਾਫ। ਸੂਰਤ ਗੁਜਰਾਤ ਦੇ ਵਿੱਚ 10,000 ਸਾਲਾਨਾ ਲੈ ਕੇ ਬਾਕੀ ਛੱਡਦਾ। ਅਤੇ ਕੰਪਨੀ ਕੋਇਨ ਵੀ ਮਿੰਟ ਕਰ ਸਕਦੀ ਹੈ ਕਿੱਥੇ? ਬੰਬੇ, ਥਰੂ ਆਊਟ ਦਾ ਮੁਗਲ ਇੰਪਾਇਰ। ਇਸ ਤੋਂ ਬਾਅਦ ਮਰਜਿੰਗ ਆਫ ਦਾ 2 ਇੰਗਲਿਸ਼ ਕੰਪਨੀਜ਼। ਮਰਜਿੰਗ ਆਫ 2 ਇੰਗਲਿਸ਼ ਕੰਪਨੀ। ਹੁਣ ਦੇਖੋ 2 ਇੰਗਲਿਸ਼ ਕੰਪਨੀਆਂ ਦਾ ਮਰਜਰ ਹੁੰਦਾ ਇੱਕ ਹੋਣਾ, ਠੀਕ ਹੈ, ਇਕੱਠਾ ਕਰਨਾ। ਤਾਂ ਹੁਣ ਜਦੋਂ ਇਹ 2 ਕੰਪਨੀਆਂ ਦਾ ਮਰਜਰ ਹੋਊਗਾ, ਇੰਗਲਿਸ਼ ਰੈਵੋਲੂਸ਼ਨ ਮਤਲਬ ਕਿ 1688 ਦੇ ਵਿੱਚ ਦ ਵਿਗਸ ਇਨਫਲੂਐਂਸ ਵਧਿਆ ਦੇਖ ਕੇ ਅਪੋਜ਼ਡ ਕਰਨ ਲੱਗੇ ਮੋਨੋਪੋਲੀ ਆਫ ਦਾ ਈਸਟ ਇੰਡੀਆ ਕੰਪਨੀ। ਇਹਦੀ ਮੋਨੋਪੋਲੀ ਖਤਮ ਕਰਨ ਦੇ ਲਈ ਅਪੋਜ਼ ਕਰਨ ਲੱਗੇ। ਤਾਂ ਇਸ ਤੋਂ ਬਾਅਦ ਇੱਕ ਬਰਾਬਰ ਕੰਪਨੀ ਬਣਾਈ ਸਰ ਵਿਲੀਅਮ ਨੌਰਿਸ ਨੇ।
ਇਹਨਾਂ ਦੇ ਈਸਟ ਇੰਡੀਆ ਕੰਪਨੀ ਦੇ ਬਰਾਬਰ ਇੱਕ ਕੰਪਨੀ ਬਣਾਈ ਸਰ ਵਿਲੀਅਮ ਨੌਰਿਸ ਨੇ। ਇਹਨੇ ਜਿਹੜੀ ਬਰਾਬਰ ਕੰਪਨੀ ਬਣਾਈ, ਇਹ ਐਂਬੈਸਡਰ ਸੀਗਾ ਔਰੰਗਜ਼ੇਬ ਦੀ। ਤਾਂ 1701 ਤੋਂ ਲੈ ਕੇ 1702 ਦੇ ਵਿੱਚ ਤਾਂ ਇਹਨੇ ਆਪਣੇ ਲਈ ਟ੍ਰੇਡਿੰਗ ਪ੍ਰਿਵਿਲੇਜਸ ਲੈ ਲਏ ਸੀਗੇ, ਕਿਉਂਕਿ ਇਹ ਉਹਦਾ ਅੰਬੈਸਡਰ ਸੀਗਾ, ਤਾਂ ਕਰਕੇ ਇਹਨੇ ਔਰੰਗਜ਼ੇਬ ਤੋਂ ਆਪਦੇ ਲਈ ਕਾਫੀ ਜਿਹੜੇ ਸੀਗੇ ਪ੍ਰਿਵਿਲੇਜਸ ਆਪਦੇ ਆਪ ਲਈ ਸੂਟਾਂ ਕਾਫੀ ਲੈ ਲਈਆਂ ਸੀਗੀਆਂ। ਤਾਂ ਜਿਹੜੀ ਨਵੀਂ ਕੰਪਨੀ ਸੀ ਪਰ ਇਹ ਫੇਲੀਅਰ ਕਰ ਗਈ ਸੀ। ਤਾਂ ਫਿਰ ਕਰਾਊਨ ਅਤੇ ਸੰਸਦ, ਕਰਾਊਨ ਜਾਣੀ ਕਿ ਰਾਣੀ ਦਾ ਸ਼ਾਸਨ ਸੀ ਜਿਹੜਾ ਉਹ, ਔਰ ਬ੍ਰਿਟਿਸ਼ ਦੀ ਜਿਹੜੀ ਪਾਰਲੀਮੈਂਟ ਸੀ ਉਹ, ਤਾਂ ਦੋਨਾਂ ਦੇ ਪ੍ਰਭਾਵ ਦੇ ਵਿੱਚ ਦੋ ਕੰਪਨੀਆਂ ਦਾ ਮਰਜਰ 1708 ਦੇ ਵਿੱਚ ਕਰਨਾ ਪੈ ਗਿਆ। ਔਰੰਗਜ਼ੇਬ ਦੀ ਡੈਥ ਤੋਂ ਬਾਅਦ 1708 ਦੇ ਵਿੱਚ ਦੋਨੇ ਕੰਪਨੀਆਂ ਦਾ ਮਰਜਰ ਕੀਤਾ ਅਤੇ ਇਸ ਤੋਂ ਬਾਅਦ ਇਹਦਾ ਨਾਮ ਰੱਖਿਆ ਯੂਨਾਈਟਿਡ ਕੰਪਨੀ ਆਫ ਮਰਚੈਂਟਸ ਆਫ ਇੰਗਲੈਂਡ ਟ੍ਰੇਡਿੰਗ ਟੂ ਦਾ ਈਸਟ ਇੰਡੀਜ਼। ਤਾਂ ਕਰਕੇ ਇਹਦੇ ਨਾਮ ਦੇ ਨਾਲ ਯੂਨਾਈਟਿਡ ਨੇਮ ਪਿਆ, ਕਿਉਂਕਿ ਇੱਕ ਜਿਹੜੀ ਇਹ ਉਹਦੇ ਅਪੋਜ਼ ਦੇ ਵਿੱਚ ਕੰਪਨੀ ਸ਼ੁਰੂ ਕੀਤੀ ਸੀ ਸਰ ਵਿਲੀਅਮ ਨੌਰਿਸ ਨੇ, ਉਸ ਨੂੰ ਉਹ ਫੇਲੀਅਰ ਕਰ ਗਈ। ਦੈਨ ਉਹਨੂੰ ਇਹ ਕੰਪਨੀ ਦੇ ਨਾਲ ਮਿਲਾਉਣਾ ਪੈ ਗਿਆ, ਕਿਉਂਕਿ ਕਰਾਊਨ ਔਰ ਉੱਥੋਂ ਦੀ ਪਾਰਲੀਮੈਂਟ ਬ੍ਰਿਟਿਸ਼ ਦੀ, ਤਾਂ ਉਹਦਾ ਜ਼ਿਆਦਾ ਜ਼ੋਰ ਸੀਗਾ। ਉਹ ਕਹਿ ਰਹੇ ਸੀ ਵੀ ਕੰਪਨੀਆਂ ਦਾ ਮਰਜਰ ਕਰੋ। ਤਾਂ ਯੂਨਾਈਟਿਡ ਕੰਪਨੀ ਆਫ ਮਰਚੈਂਟਸ ਆਫ ਇੰਗਲੈਂਡ ਟ੍ਰੇਡਿੰਗ ਟੂ ਦਾ ਈਸਟ ਇੰਡੀਜ਼, ਤਾਂ ਇਹਦੇ ਨਾਲ ਇਹਨਾਂ ਨੂੰ ਇਕੱਠਾ ਕਰ ਦਿੱਤਾ ਗਿਆ। ਈਸਟ ਇੰਡੀਆ ਕੰਪਨੀ ਦੀ 1708 ਤੋਂ ਲੈ ਕੇ 1873 ਇਹਨੇ ਪੋਲੀਟੀਕਲ ਪਾਵਰ ਇਸਟੈਬਲਿਸ਼ ਕੀਤੀ ਪੂਰੀ ਭਾਰਤ ਦੇ ਵਿੱਚ। ਤਾਂ ਇਹ ਅੱਜ ਦੇ ਆਪਣੇ ਬੇਸਿਕ ਫੈਕਟ ਸੀਗੇ, ਔਰ ਜਿੰਨੀਆਂ ਇਹਨਾਂ ਦੀਆਂ ਲੜਾਈਆਂ ਹੋਣਗੀਆਂ ਉਹ ਆਪਾਂ ਸਭ ਤੋਂ ਐਂਡ ਤੇ ਕਰਾਂਗੇ। ਇਸ ਤੋਂ ਬਾਅਦ ਆਪਾਂ ਦੇਖਾਂਗੇ ਵੀ ਫਰਾਂਸੀਸੀ ਜਿਹੜੇ ਡੈਨਿਸ ਨੇ ਉਹ ਆਏ, ਅਤੇ ਉਹਨਾਂ ਦੇ ਬਾਰੇ ਤਾਂ ਆਪਾਂ ਨਾ ਮਤਲਬ ਕਿ 20 ਮਿੰਟ 15 ਮਿੰਟ ਦੇ ਵਿੱਚ ਆਪਣੇ ਟੌਪਿਕ ਆ ਜਿਹੜੇ ਉਹ ਖਤਮ ਹੋ ਜਾਣਗੇ, ਇੰਨਾ ਜ਼ਿਆਦਾ ਪੜ੍ਹਨ ਦਾ ਹੈ ਨਹੀਂ। ਫਿਰ ਜਿੰਨੀਆਂ ਐਂਗਲੋ ਵਾਰ ਹੋਣਗੀਆਂ ਉਹ ਸਾਰੀਆਂ ਆਪਾਂ ਐਂਗਲੋ ਵਾਰ ਕਰ ਲਾਂਗੇ। ਔਰ ਇਸ ਤੋਂ ਬਾਅਦ ਆਪਾਂ ਅੱਜ ਜਿਹੜਾ ਟੌਪਿਕ ਕਰਨਾ ਇੱਕ ਹੋਰ ਕਰਾਂਗੇ, ਉਹ ਆਪਾਂ ਡਿਸੀਜ਼ ਦੇ ਬਾਰੇ ਕਰਨਾ। ਤੁਸੀਂ ਇਨਵਾਇਰਨਮੈਂਟ ਦੇ ਵਿੱਚ ਲਾਓ, ਉਹਨੂੰ ਸਾਇੰਸ ਦੇ ਵਿੱਚ ਲਾਓ, ਤੁਸੀਂ ਕਾਹਦੇ ਵਿੱਚ ਵੀ ਉਹਨੂੰ ਰੱਖ ਸਕਦੇ ਹੋ। ਤਾਂ ਉਹਦੇ ਵਿੱਚੋਂ ਡਿਸੀਜ਼ ਨੇ, ਜਿਵੇਂ ਕਿ PPSC ਹਰ ਐਗਜ਼ਾਮ ਦੇ ਵਿੱਚ 2 ਜਾਂ 3 ਡਿਸੀਜ਼ ਬਾਰੇ, ਜਾਂ ਫਿਰ ਉਹ ਕਰੰਟ ਦੇ ਵਿੱਚ ਰਹਿੰਦੀਆਂ, ਜਾਂ ਉਹਨਾਂ ਦੇ ਬੇਸਿਕ ਫੈਕਟ ਨੇ ਉਹਨਾਂ ਦੇ ਬਾਰੇ ਕੁਐਸਚਨ ਕਰਦੀ ਆ, ਤਾਂ ਉਹਨਾਂ ਨੂੰ ਵੀ ਆਪਾਂ ਕਵਰ ਕਰਾਂਗੇ। ਓਕੇ, ਅੱਜ ਜਿਹੜਾ ਆਪਾਂ ਕਵਰ ਕਰਾਂਗੇ ਉਹਦੇ 'ਚੋਂ ਆਪਾਂ ਮਿਨਾਮਾਟਾ ਡਿਸੀਜ਼ ਨੇ ਜਿਹੜੀਆਂ ਉਹਨਾਂ ਦੇ ਬਾਰੇ ਗੱਲ ਕਰਨੀ ਆ। ਤਾਂ ਤੁਸੀਂ ਆਪਣੇ ਆਪ ਤੋਂ ਪਹਿਲਾਂ ਪੜ੍ਹ ਕੇ ਆਇਓ। ਅਗਰ ਤੁਹਾਡਾ ਕੋਈ ਡਾਊਟ ਰਹਿੰਦਾ ਤਾਂ ਤੁਸੀਂ ਉਹ ਕਲਾਸ ਦੇ ਦੌਰਾਨ ਪੁੱਛ ਸਕਦੇ ਹੋ, ਆਪਣਾ ਕਮੈਂਟ ਛੱਡ ਸਕਦੇ ਹੋ। ਜੇ ਕਿਸੇ ਨੂੰ ਇਹ ਵੀਡੀਓ ਦੇ ਵਿੱਚ ਵੀ ਕੋਈ ਡਾਊਟ ਰਹਿੰਦਾ ਦੈਨ ਤੁਸੀਂ ਕਮੈਂਟ ਵੀ ਛੱਡ ਸਕਦੇ ਹੋ, ਜਾਂ ਫਿਰ ਸਾਡੇ ਟੈਲੀਗ੍ਰਾਮ ਨੂੰ ਜੁਆਇਨ ਕਰਕੇ ਉੱਥੇ ਵੀ ਤੁਸੀਂ ਆਪਣਾ ਜਿਹੜਾ ਵੀ ਕੋਈ ਤੁਹਾਡਾ ਡਾਊਟ ਆ ਉਹਨੂੰ ਤੁਸੀਂ ਕਲੀਅਰ ਕਰ ਸਕਦੇ ਹੋ। ਔਰ ਜਿਹੜੇ ਚੈਨਲ ਦੇ ਉੱਤੇ ਨਵੇਂ ਨੇ ਤਾਂ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਨੋਟੀਫਿਕੇਸ਼ਨ ਔਨ ਕਰ ਲਿਓ, ਔਰ ਟੈਲੀਗ੍ਰਾਮ ਨੂੰ ਵੀ ਜੁਆਇਨ ਕਰ ਲਓ। ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ।